Okay. ਤੁਸੀਂ ਇੱਥੇ ਹੈਗੇ ਹੋ ਜਾਂ ਉੱਥੇ ਹੈਗੇ ਹੋ? ਮੈਂ ਇੰਗਲੈਂਡ ਆਇਆ ਹੋਇਆ ਜੀ। ਤੁਸੀਂ ਪਿੰਡ ਆਏ ਹੋਏ ਹੋ? ਨਹੀਂ, ਇੰਗਲੈਂਡ ਆਇਆ ਹੋਇਆ ਮੈਂ। ਤੁਸੀਂ ਇੰਗਲੈਂਡ ਹੈਗੇ ਹੋ? Okay, all right, wonderful. So congratulations for your song. Thank you, ਮਿਹਰਬਾਨੀ ਜੀ, ਬਹੁਤ ਬਹੁਤ। So how's the response? Really good vibe. Good. Very nice. I think the good thing is ਕਿ ਕਾਫੀ ਟਾਈਮ ਪਹਿਲਾਂ ਮੈਂ ਰਿਕਾਰਡ ਕੀਤਾ ਸੀ ਗਾਣਾ। Okay. ਤੇ ਹੋਪਫੁਲੀ ਮੇਰੇ ਹੁਣ ਫਾਈਨਲੀ ਇੰਨੇ ਚਿਰ ਬਾਅਦ ਮੈਂ ਕਮਰਸ਼ੀਅਲ ਰਿਲੀਜ਼ ਕਰਨ ਲੱਗਾ, ਸੋ ਐਕਸਾਈਟਡ ਸੀਗਾ ਬਹੁਤ ਜ਼ਿਆਦਾ ਗਾਣਾ। Quite colorful it is, है ना? All the lights that you've used in that and nice shoot. Thank you ਜੀ। Yeah, ਹਾਂਜੀ ਹਾਂ, ਤੁਸੀਂ ਕੁਝ ਕਹਿ ਰਹੇ ਸੀ? ਮੈਂ ਕਿਹਾ ਸੀ ਵਧੀਆ ਹੋ ਗਿਆ ਸੀਗਾ, ਬਹੁਤ ਵਧੀਆ। ਸ਼ੂਟ ਕਿੱਥੇ ਕੀਤਾ ਸੀ ਇਹਨੂੰ? ਮੈਂ ਸ਼ੂਟ ਇੰਗਲੈਂਡ ਹੀ ਕੀਤਾ ਸੀਗਾ ਜੀ। ਇੰਗਲੈਂਡ ਹੀ ਕੀਤਾ ਸੀਗਾ। Okay. So your team was not very much Indian, है ना? ਜਿਹੜੀ ਸ਼ੂਟਿੰਗ ਵਾਲੀ ਟੀਮ ਸੀਗੀ, I believe, ਇੱਕ ਮਿੰਟ ਮੈਂ ਇੱਥੇ ਨੋਟਸ ਵੀ ਬਣਾਏ ਹੋਏ ਆ, let me ask you this. So you've got the music by Music Man Thai, is it? ਹਾਂਜੀ That's how you pronounce it. Okay, fine. And the video is by Luke Biggins, right? ਹਾਂਜੀ so ਇਹ ਇੰਡੀਅਨਸ ਤਾਂ ਨਹੀਂ ਹੈਗੇ? ਨਹੀਂ, ਜਿਹੜਾ ਮਿਊਜ਼ਿਕ ਮੰਟ ਆਈ ਐਕਚੁਅਲੀ ਨਿਊਯਾਰਕ ਰਹਿੰਦਾ ਉਹ। ਉਹਨੇ ਕਾਫੀ ਇੱਕ ਆਰਟਿਸਟ ਆ ਕਾਫੀ ਮਸ਼ਹੂਰ, ਉਹਦਾ ਨਾਮ ਹੈਗਾ ਅਲੀਸ਼ਾ ਕੀਜ਼। ਕਾਫੀ ਉਹਨਾਂ ਦੇ ਵੈਸਟ ਦੇ ਵਿੱਚ ਕਾਫੀ ਉਹਨਾਂ ਦਾ ਨਾਮ ਬਣਾਇਆ ਉਹਨੇ ਆਪਣਾ। ਉਹਨਾਂ ਨਾਲ ਜ਼ਿਆਦਾ ਕੰਮ ਕਰਦਾ, ਜ਼ਿਆਦਾ ਮੇਨ ਸਟ੍ਰੀਮ ਗਾਣਾ ਕਰਦਾ। ਪੰਜਾਬੀ ਕੋਈ ਗਾਣਾ ਨਹੀਂ ਕੀਤਾ ਇਹਨਾਂ ਨੇ, ਨਾ ਕੋਈ ਬਾਲੀਵੁੱਡ ਟਾਈਪ ਦਾ ਗਾਣਾ ਕੀਤਾ। ਐਕਚੁਅਲੀ ਮੈਂ 2018 ਉੱਥੇ ਮੈਂ ਗਿਆ ਸੀ ਟੂਰ ਕਰਨ, ਉੱਥੇ ਸਟੇਟਸ ਦੇ ਵਿੱਚ। ਮੇਰਾ 56 ਟੂਰ ਸੀਗਾ ਉੱਥੇ, ਤੇ ਉੱਥੇ ਨਿਊਯਾਰਕ 'ਚ ਮਿਲਿਆ ਮੈਨੂੰ ਉੱਥੇ। ਕਹਿੰਦਾ ਮੈਂ ਮਿਊਜ਼ਿਕ ਕਰਦਾ, ਫਿਰ ਉਹਦੇ ਨਾਲ ਫਿਰ ਮੈਂ ਟਾਈਮ 1-2 ਮੈਂ ਸੈਸ਼ਨ ਵੀ ਕੀਤੇ। ਐਕਚੁਅਲੀ ਜਿਹੜਾ ਨਕਸ਼ਾ ਗਾਣੇ ਦਾ ਉਦੋਂ ਵੀ ਬਣਿਆ ਸੀਗਾ 2018 'ਚ, ਪਰ ਮੈਂ ਬਿਜ਼ੀ ਹੋ ਗਿਆ, ਫਿਰ ਟਰੈਵਲਿੰਗ 'ਚ ਬਿਜ਼ੀ ਹੋ ਗਿਆ। ਫਿਰ ਹੁਣ ਜਦੋਂ ਲੋਕਡਾਊਨ ਹੋਇਆ, ਮੈਂ ਸੋਚਿਆ ਹੁਣ ਕਰ ਹੀ ਲਈਏ ਇਹਨੂੰ ਪੂਰਾ, ਹਨਾ, ਫਿਨਿਸ਼। ਸੋ ਜਿਹੜਾ ਵੀਡੀਓ ਡਾਇਰੈਕਟਰ ਹੈ ਉਹ ਵੀ ਯੂਕੇ ਦਾ, ਕਾਫੀ ਉਹਨਾਂ ਨੇ ਕਾਫੀ ਵੀਡੀਓਜ਼ ਕੀਤੇ ਨੇ। ਮੈਂ ਆਈ ਥਿੰਕ ਇੱਕ ਤੇਰੀਆ ਗਾਣਾ ਆਇਆ ਸੀਗਾ ਮੇਰਾ 2016 'ਚ, ਉਹਨੇ ਵੀ ਉਹੀ ਕੀਤਾ ਸੀਗਾ। ਐਂਡ ਸੋ ਸਿੰਪਲ ਗਾਣਾ ਸੀ, ਲੀਵ ਇਟ। ਕਾਫੀ ਗਾਣੇ ਨੇ ਕੀਤੇ ਮੇਰੇ ਮੁੰਡੇ ਨੇ। ਉਹਨਾਂ ਦਾ ਜਿਹੜਾ ਨਜ਼ਰੀਆ ਥੋੜਾ ਡਿਫਰੈਂਟ ਆ, ਹਨਾ, ਥੋੜਾ ਮਿਊਜ਼ਿਕ ਕਰਨ ਦਾ ਢੰਗ ਤੇ ਵੀਡੀਓ ਪ੍ਰੋਡਕਸ਼ਨ ਦਾ ਤੇ ਡਾਇਰੈਕਟ ਕਰਨ ਦਾ ਥੋੜਾ ਢੰਗ ਡਿਫਰੈਂਟ ਆ। ਇਸ ਕਰਕੇ ਮੈਂ ਸੋਚਿਆ ਲੈਟਸ ਟਰਾਈ, ਹੈ ਨਾ, ਦੇਖਦੇ ਕੀ ਬਣਦਾ। ਤੁਸੀਂ ਨਹੀਂ ਉਹ ਵਾਲਾ ਫੰਡਾ ਯੂਜ਼ ਕਰਦੇ ਜਾਂ ਕਿ ਜਿਹੜੇ ਨਾਮ ਚੱਲ ਰਹੇ ਨੇ ਪੰਜਾਬੀ ਇੰਡਸਟਰੀ ਦੇ, ਜਿਹੜੇ ਆਪਣੇ ਆਪ ਨੂੰ ਦਿੱਗਜ ਦਿਖਾਉਂਦੇ ਨੇ ਅੱਜ ਦੀ ਡੇਟ ਦੇ ਵਿੱਚ, ਤੇ ਉਹਨਾਂ ਦੇ ਨਾਲ ਕੋਲੈਬੋਰੇਸ਼ਨ ਜੀ ਕਰਕੇ ਆ ਵੱਡੇ ਨਾਂ ਪੋਸਟਰਸ ਤੇ ਦਿਖਾ ਕੇ ਲੋਕਾਂ ਤੋਂ ਹਾਈਪ ਕ੍ਰੀਏਟ ਕਰਨਾ ਆਪਣੇ ਗਾਣੇ ਦੀ? ਡੋਂਟ ਯੂ ਲਾਈਕ ਟੂ ਯੂਜ਼ ਦੈਟ ਫੰਡਾ? ਸੀ ਉਹ ਫੰਡਾ ਹੈਗਾ, ਵਧੀਆ ਵੀ ਹੈਗਾ। ਥੋੜਾ ਉਹ ਰਿਸਕ ਫੈਕਟਰ ਨਹੀਂ ਹੁੰਦਾ ਉਹ 'ਚ, ਹਨਾ। ਉਹਦੇ ਵਿੱਚ ਏਦਾਂ ਹੁੰਦਾ ਕਿ ਹਾਂ, ਨਾਂ ਜਿਹੜੇ ਪਾਏ ਹੋਏ ਆ ਤੇ ਸਾਰਿਆਂ ਨੇ ਗਾਣਾ ਦੇਖਣਾ ਹੀ ਦੇਖਣਾ। ਮੇਰਾ ਥੋੜਾ ਹੁੰਦਾ ਕਿ ਮੈਂ ਥੋੜਾ ਐਕਸਪੈਰੀਮੈਂਟ ਕਰਦਾ ਹੁੰਦਾ। ਮੇਰਾ ਸਟਾਈਲ ਜਿੱਦਾਂ ਹੁਣ ਜਿਹੜੇ ਮੇਰੀ ਐਂਟਰੀ ਵੀ ਮੇਰੀ ਹੋਈ ਹੈ ਇੰਡੀਆ ਦੇ ਵਿੱਚ ਹਾਈ ਹੀਲਸ ਦੇ ਗਾਣੇ ਦੇ ਨਾਲ, ਉਹ ਐਕਚੁਅਲੀ ਵੀਡੀਓ ਉਹ ਨਵਾਂ ਡਾਇਰੈਕਟਰ ਸੀਗਾ, ਉਹਨੇ ਕੋਈ ਪੰਜਾਬੀ ਕੋਈ ਨਹੀਂ ਵੀਡੀਓ ਕੀਤੀ ਸੀਗੀ। ਐਂਡ ਹੀ ਵਾਜ਼ ਅ ਬਿਗ, ਹਨਾ, ਕਾਫੀ ਇੰਨੇ ਬਜਟ ਦੇ ਨਾਲ ਕੰਮ ਵੀ ਕਰਨਾ, ਤੇ ਉਹ ਵੀ ਨਵੇਂ ਬੰਦੇ, ਥੋੜਾ ਰਿਸਕ ਜਿਹਾ ਫੈਕਟਰ ਹੋ ਜਾਂਦਾ। ਪਰ ਮੈਨੂੰ ਲੱਗਾ ਕਿ ਨਹੀਂ, ਇਹ ਕਰਨਾ ਬੰਦੇ ਦਾ ਕੰਮ ਵਧੀਆ। ਇਟ ਡਜ਼ਨਟ ਮੈਟਰ ਕਿ ਨਾ ਬਣਿਆ ਯਾਰ, ਕਿੱਦਾਂ ਜਿੱਦਾਂ ਹੈਗਾ ਕਰਨਾ ਕੰਮ ਆਪਾਂ। ਐਕਚੁਅਲੀ ਜਿਹੜਾ ਉਹ ਫੋਰਮੈਟ ਆ ਕਾਫੀ ਸਾਲਾਂ ਤੋਂ ਉਹੀ ਚੱਲਦਾ ਹੈ ਮੇਰਾ। ਜ਼ੁਲਫਾ ਵੀ ਉਹੀ ਬੰਦਾ ਯੂਜ਼ ਕੀਤਾ, ਮੈਂ ਸਿਤਾਰੇ 'ਚ ਵੀ ਉਹੀ ਬੰਦਾ। ਸੋ ਐਂਡ ਐਵਰੀ ਵੀਡੀਓ ਜਿਹੜੀ ਮੈਂ ਕਰਦਾ, ਮੈਨੂੰ ਏਦਾਂ ਹੁੰਦਾ ਕਿ ਕੰਮ ਵਧੀਆ ਹੋਣਾ ਚਾਹੀਦਾ, ਕੰਮ ਬੋਲਣਾ ਚਾਹੀਦਾ। ਬਾਕੀ ਦਾ ਦੇਖੋ, ਜਿੰਨੇ ਵੀ ਹਨ ਸਿੰਗਰ ਵੀ ਆਏ ਹੋਏ ਆ, ਮਿਊਜ਼ਿਕ ਡਾਇਰੈਕਟਰ ਵੀ, ਵੀਡੀਓ ਡਾਇਰੈਕਟਰ ਜਿੰਨੇ ਵੀ ਆਏ ਹੋਏ ਆ, ਉਹ ਸਟਾਰਟਿੰਗ ਤੋਂ ਫਾਊਂਡੇਸ਼ਨ ਤੋਂ ਸ਼ੁਰੂ ਹੋਏ ਆ। ਜਿੱਦਾਂ ਮੈਂ ਵੀ ਗੱਲ ਕਰਾਂ, ਮੈਂ ਜਦੋਂ ਮੇਰੀ ਸ਼ੁਰੂਆਤ ਹੋਈ, ਮੈਨੂੰ ਕਿਸੇ ਨੇ ਨੋਟਿਸ ਕੀਤਾ, ਇਸ ਕਰਕੇ ਮੈਂ ਅੱਗੇ ਆਇਆ। ਸੋ ਮੇਰਾ ਇਟ ਡਜ਼ਨਟ ਮੈਟਰ ਕਿਹੜਾ ਆਰਟਿਸਟ ਆ, ਕਿਹੜਾ ਡਾਇਰੈਕਟਰ ਆ, ਕਿਹੜਾ ਮਿਊਜ਼ਿਕ ਡਾਇਰੈਕਟਰ ਆ, ਕਿਹੜਾ ਵੀਡੀਓ ਡਾਇਰੈਕਟਰ ਆ, ਕੰਮ ਵਧੀਆ ਹੋਣਾ ਚਾਹੀਦਾ ਬਸ। ਐਂਡ ਦੈਨ that's how I work. And you, Jazz, have created a niche for yourself. यानी ਤੁਹਾਡਾ ਜਿਹੜਾ content ਹੈਗਾ ਉਹ ਇੱਕ regular content ਦੀ ਤਰ੍ਹਾਂ ਨਹੀਂ ਹੈਗਾ. People who like your songs, they like to listen to you more than anybody else. So ਤੁਹਾਡੇ ਗਾਣੇ ਵੀ ਬੜੇ different ਜਿਹੇ ਹੁੰਦੇ ਆ. I am personally, I enjoy your music because ਤੁਹਾਡੇ music ਦੇ ਵਿੱਚ ਉਹ typical ਰੌਲਾ ਰੱਪਾ ਨਹੀਂ ਹੁੰਦਾ, ਤਾਮਾ ਝਾਮਾ ਨਹੀਂ ਹੁੰਦਾ, they're nice soulful songs. So do you, is it because you want to do music like that, ਜਾਂ ਫਿਰ ਤੁਹਾਨੂੰ ਲੱਗਦਾ ਕਿ ਇਹ ਮੇਰਾ ਜੌਨਰ ਹੈਗਾ, ਮੈਂ ਇਹਦੇ 'ਚ ਅੱਛਾ ਕਰ ਸਕਦਾ, ਸੋ ਮੈਂ ਇਹੀ ਕਰਾਂਗਾ? Or somebody suggests this to you ਕਿ ਏਦਾਂ ਕਰ ਵੀਰੇ, ਤੂੰ ਇਹਦੇ 'ਚ ਫਿੱਟ ਹੁੰਨਾ? To be honest, ਮੈਂ ਜੋ ਮੇਰਾ ਦਿਲ ਕਰਦਾ ਮੈਂ ਉਹੀ ਕਰਦਾ। I never, ਮੈਂ ਟ੍ਰੈਂਡ ਨਹੀਂ ਕਦੀ ਫੋਲੋ ਕੀਤਾ ਕਿ ਇੱਦਾਂ ਦਾ ਗਾਣਾ ਚੱਲਦਾ ਕਰੋ, ਨਹੀਂ।
ਜੇ ਮੇਰਾ ਦਿਲ ਕਰਦਾ ਕਰਨ ਨੂੰ ਡਿਫਰੈਂਟ ਸਟਾਈਲ ਦਾ ਕੋਈ ਗਾਣਾ ਮੈਂ ਕਰੂੰਗਾ। ਜਿੱਦਾਂ ਹੁਣ ਜਿੰਨੀ ਵੀ ਮੈਨੂੰ ਕਾਫੀ ਲੋਕਾਂ ਨੇ, ਮੈਨੂੰ ਆਰਟਿਸਟਾਂ ਨੇ ਵੀ ਕਿਹਾ, ਮੈਨੂੰ ਦੋਸਤਾਂ ਨੇ ਵੀ ਕਿਹਾ ਕਿ ਤੇਰਾ ਇੱਕ ਜਾਨਰ ਨਹੀਂ ਹੈਗਾ, ਲਾਈਕ ਤੂੰ ਦੇਸੀ ਵੀ ਥੋੜਾ ਬਾਰਾ ਕਰ ਲੈਂਦਾ, ਅਲਬਮ ਵੀ ਕਰ ਲੈਂਦਾ, ਸੈਡ Song ਵੀ, ਰੋਮਾਂਟਿਕ Songs ਵੀ, ਐਂਡ ਤੇਰਾ ਇੱਕ ਲੇਨ ਨਹੀਂ। ਜਾਂ ਕਈ ਮੋਸਟਲੀ ਜਿਹੜੇ ਵੀ ਆਰਟਿਸਟ ਹੁੰਦੇ ਉਹਨਾਂ ਦੀ ਇੱਕ ਲੇਨ ਹੁੰਦੀ ਆ, ਹਨਾ, ਇੱਕ ਹੀ ਸਟਾਈਲ ਕਰਦੇ ਆ। ਮੇਰਾ ਏਦਾਂ ਹੁੰਦਾ ਕਿ ਆਈ ਵਾਂਟ ਟੂ ਡੂ ਡਿਫਰੈਂਟ ਥਿੰਗਸ। ਮੈਂ ਇੱਕ ਆਰਟਿਸਟ ਹੋਣ ਦਾ ਨਾਤਾ ਹੀ ਹੁੰਦਾ ਕਿ ਕੁਝ ਵੱਖਰਾਪਨ ਦਿਖਾਈਏ ਆਪਣੀ ਸਟਾਈਲ ਦੇ ਵਿੱਚ। ਜਿੱਦਾਂ ਹੁਣ ਮੈਂ I think 3-4 ਮਹੀਨੇ ਪਹਿਲੇ ਮੈਂ ਇੱਕ ਗੀਤ ਰਿਲੀਜ਼ ਕੀਤਾ ਸੀਗਾ, ਉਹ ਥੋੜਾ ਧਾਰਮਿਕ ਪੱਖ ਸੀਗਾ। ਇਟਸ ਮੋਰ ਔਨ ਸੋਸ਼ਲ ਮੈਂਟਲ ਹੈਲਥ ਇਸ਼ੂਜ਼ ਤੇ ਕਾਫੀ ਤੁਰਿਆ ਜਾ ਜੀ। ਤੇ ਐਂਡ ਐਕਚੁਅਲੀ ਮੇਰਾ ਮਨ ਸੀਗਾ ਉਸ ਟਾਈਪ ਦਾ ਕੋਈ ਗੀਤ ਕਰਨ ਨੂੰ, ਐਂਡ ਆਬਵੀਅਸਲੀ ਕੋਲੈਬੋਰੇਸ਼ਨ ਵਧੀਆ ਫਰੈਂਚੀ ਨਾਲ ਬਣ ਗਿਆ ਤੇ ਗਾਣਾ ਵਧੀਆ ਕਿਹੜਾ ਸ਼ੂਟ ਹੋਇਆ। ਕਾਫੀ ਲੋਕਾਂ ਨੇ ਉਦੋਂ ਵੀ ਮੈਨੂੰ ਕਿਹਾ ਯਾਰ ਗੀਤ ਤਾਂ ਬਹੁਤ ਵਧੀਆ ਸੀਗਾ ਪਰ ਤੁਸੀਂ ਵੀਡੀਓ 'ਚ ਨਹੀਂ ਆਏ। ਮੈਂ ਕਿਹਾ ਬਿਕਾਜ਼ ਫਿਰ ਮੇਰੇ ਮਾਈਂਡ ਦੇ ਵਿੱਚ ਚੱਲਦਾ ਸੀਗਾ ਕਿ ਆਈ ਡੋਂਟ ਨੀਡ ਟੂ ਬੀ ਦ ਹੀਰੋ ਆਲ ਦ ਟਾਈਮ, ਹਨਾ। ਮੈਨੂੰ ਇਦਾਂ ਨਹੀਂ ਮੈਂ ਹੀਰੋ ਮੈਂ ਹੀ ਬਣਾ। ਮੇਰੇ ਲਈ ਸੀਗਾ ਜਿਹੜਾ ਮੈਸੇਜ ਆ ਗਾਣੇ ਦਾ ਮੈਸੇਜ ਆ ਉਹ ਕਨਵੇ ਹੋਣਾ ਚਾਹੀਦਾ, ਤੇ ਜੈਸੇ ਮੈਂ ਕਿ ਮੈਂ ਆਵਾਂ ਜਾਂ ਨਾ ਆਵਾਂ, ਐਂਡ ਦੈਟਸ ਮਾਈ ਅਪਰੋਚ। ਇੱਕ ਮੈਂ ਉਸ ਤੋਂ ਪਹਿਲਾਂ ਵੀ ਗਾਣਾ ਮੈਂ ਕੀਤਾ ਸੀਗਾ, ਐਤਵਾਰ ਵਾਦਾ ਕਰਕੇ ਗਈ ਸੀ ਐਤਵਾਰ ਦਾ, ਹਨਾ, ਥੋੜਾ ਜਿਹਾ ਬੱਚਾ ਲਿਆ ਸੀ ਵੀਡੀਓ ਦੇ ਵਿੱਚ, ਤੇ ਉਸ ਪੂਰੇ ਵੀਡੀਓ ਦੇ ਵਿੱਚ ਮੈਂ ਹੈ ਹੀ ਨਹੀਂ। ਮੈਂ ਇਟਸ ਜਸਟ ਇੱਕ ਬੱਚੇ ਦੀ ਸਟੋਰੀ ਆ, ਰੋਮਾਂਟਿਕ ਸਟੋਰੀ ਚੱਲਦੀ ਆ, ਦੈਨ ਐਟ ਦੀ ਐਂਡ ਮੈਂ ਥੋੜਾ ਜਿਹਾ ਐਂਡ ਤੇ ਆਉਂਦਾ। ਸੋ ਆਈ ਥਿੰਕ ਮੇਰਾ ਜੇ ਆਪਾਂ ਮਿਊਜ਼ਿਕ ਦੀ ਗੱਲ ਕਰੀਏ, ਇਟਸ ਨਾਟ ਕਿ ਮੇਰਾ ਜਾਨਰ ਇਹੀ ਆ ਕਿ ਮੈਂ ਇਹੀ ਕਰਨਾ, ਇਟਸ ਜਸਟ ਜੋ ਮੇਰਾ ਦਿਲ ਕਰਦਾ ਮੈਂ ਉਹੀ ਕਰਦਾ। I can't do something ਕਿ ਮੈਨੂੰ ਜੇ ਮੈਨੂੰ ਚੰਗਾ ਨਹੀਂ ਲੱਗਦਾ ਮੇਰੇ ਤੋਂ ਹੁੰਦਾ ਨਹੀਂਗਾ, ਸਿੱਧੀ ਜਿਹੜੀ ਗੱਲ ਹੈ। successful in your space, ਤੁਹਾਨੂੰ ਲੱਗਦਾ ਕਿ ਮੈਂ ਰਿਸਕ ਲੈ ਸਕਦਾ, ਬਿਕਾਜ਼ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ ਇਹ ਕਿ ਤੁਸੀਂ ਮਾਰਕੀਟ ਨੂੰ ਇੱਕ ਸਾਈਡ ਤੇ ਰੱਖ ਕੇ ਤੇ ਜਿਹੜੇ ਟ੍ਰੈਂਡਸ ਹੈਗੇ ਉਹਨੂੰ ਇੱਕ ਸਾਈਡ ਤੇ ਰੱਖ ਕੇ you pursue what your heart wants, right? So is it because you achieved the kind of satisfaction career point of view ਦੇ ਨਾਲ that you wanted? ਨਹੀਂ, I think ਉਹ ਗੱਲ ਨਹੀਂ ਕਿ ਮੈਂ ਆਪਣੇ ਜਿਹੜੇ ਮੁਕਾਮ ਤੇ ਪਹੁੰਚਣਾ ਸੀ ਮੈਂ ਪਹੁੰਚ ਗਿਆ, ਲਾਈਕ ਹਜੇ ਤਾਂ ਬਹੁਤ ਅੱਗੇ ਜਾਣਾ ਹੈ, ਬਹੁਤ I've got a long way to go. It's just ਸਕਸੈਸ ਰੇਟ ਡਿਫਰੈਂਟ ਹੁੰਦੇ ਆ। ਕਈਆਂ ਦੇ ਸਕਸੈਸ ਰੇਟ ਜਿਹੜੇ ਹੁੰਦੇ ਆ ਉਹ ਹੁੰਦੇ ਆ ਪੈਸੇ ਦੇ ਨਾਲ, ਕਈਆਂ ਹੁੰਦੇ ਆ ਸਟ੍ਰੀਮਸ ਦੇ ਨਾਲ, ਵਿਊਜ਼ ਦੇ ਨਾਲ, ਕਈਆਂ ਦੇ ਹੁੰਦੇ ਆ ਕਿ ਚਰਚਾ ਆਪਣੇ ਘਰ ਦੇ ਬੰਦਿਆਂ 'ਚ, ਯਾਰ ਆਪਣੇ ਮਾਹੌਲ ਦੇ ਵਿੱਚ ਚਰਚਾ, ਉਹ ਸਕਸੈਸ ਆ। ਫॉर ਮੀ ਸਕਸੈਸ ਇਜ਼ ਹੈਪੀਨੈਸ, ਹਨਾ। ਸਕਸੈਸ ਹੈਗੀ ਜੋ ਜਿਹੜਾ ਵੀ ਮੈਂ ਗੀਤ ਰਿਲੀਜ਼ ਕਰਦਾ ਮੈਂ ਖੁਸ਼ ਹੈ ਕਰਕੇ, ਐਂਡ ਦੈਨ ਜਿਹੜੀ ਖੁਸ਼ੀ ਮੈਨੂੰ ਅੰਦਰੋਂ ਮਿਲਦੀ ਆ ਮੇਰੇ ਲਈ ਉਹ ਸਕਸੈਸ ਆ। ਇਹ ਥੋੜਾ ਸ਼ਾਇਦ ਹੋ ਸਕਦਾ ਇਸ ਤੇ ਡਿਫਰੈਂਸ ਹੈ। And you worked really hard for this, है ना? From what I know, you started off pretty young because of your father. ਤੁਹਾਡੀ ਜਿਹੜੀ ਇੱਕ ਡਾਇਰੈਕਸ਼ਨ ਸੀਗੀ ਉਹ ਬੜੀ ਸੈਟ ਸੀਗੀ ਕਿ ਪੁੱਤਰ ਜੀ ਇੱਧਰ ਨੂੰ ਹੀ ਚੱਲਣਾ, ਆਪਾਂ ਹੋਰ ਕਿਤੇ ਨਹੀਂ ਨਿਗਾਹ ਮਾਰਨੀ। ਹਾਂਜੀ। So ਇੱਕ ਮੁੰਡਾ ਜਿਹੜਾ ਇੰਗਲੈਂਡ 'ਚ ਜੰਮਿਆ and he has been brought to Hoshiarpur, life would have been so different. ਤੇ you have managed to come out of it so well, fully trained. So do you ever look back at that phase of life and thought ਕਿ ਯਾਰ ਇਸ ਪੁਆਇੰਟ ਤੇ ਮੈਂ ਇੱਥੇ ਡੋਲ ਗਿਆ ਸੀਗਾ, ਮੈਂ ਹੱਥ ਖੜੇ ਕਰਤੇ ਸੀ ਕਿ ਮੈਥੋਂ ਨਹੀਂ ਹੁੰਦਾ? Did you ever feel that? Yeah, ਬਹੁਤ ਵਾਰੀ, ਬਹੁਤ ਜ਼ਿਆਦਾ ਵਾਰੀ। ਡੈਡੀ ਨੇ ਮੈਂ ਲੰਮੇ ਮਾਰਤੇ ਨੇ, ਡੈਡ ਤੂੰ ਕਿਹੜੇ ਰਾਸਤੇ 'ਚ ਮੈਨੂੰ ਪਾਤਾ, ਕਿਹੜੇ ਫੀਲਡ 'ਚ ਮੈਨੂੰ ਪਾਤਾ। ਟੂ ਬੀ ਆਨੈਸਟ ਸਭ ਤੋਂ ਜ਼ਿਆਦਾ ਸੀਗਾ when I was 15-16, ਮੈਂ ਪਿੰਡ ਜਾਂਦਾ ਹੁੰਦਾ ਸੀਗਾ 16, ਐਂਡ ਮੈਂ ਕਦੀ ਦੇਖਦਾ ਹੁੰਦਾ ਸੀ ਜਿੱਦਾਂ ਹੁਣ ਗਰਮੀ ਬਹੁਤ ਹੁੰਦੀ ਸੀਗੀ ਪੰਜਾਬ 'ਚ, ਆਪਣੇ ਪਿੰਡ 'ਚ। ਪਿੰਡ ਬੱਤੀ 3-3 4-4 ਦਿਨ ਬੱਤੀ ਵੀ ਨਹੀਂ ਆਉਣੀ, 40 ਡਿਗਰੀਜ਼। ਤੁਹਾਨੂੰ ਪਤਾ ਹੀ ਹੈ ਗਰਮੀ ਕਿੰਨੀ ਇੰਡੀਆ 'ਚ, ਆਪਣੇ ਇੰਡੀਆ 'ਚ ਹੁੰਦੀ ਆ। ਹੁਣੇ ਤੇ ਇਹੀ ਹਾਲ ਹੋ ਰਿਹਾ। ਇਹੀ ਗੱਲ ਹੋ ਰਿਹਾ ਜੀ। ਤੇ ਐਕਚੁਅਲੀ ਉਦੋਂ ਮੈਂ ਸੋਚਦਾ ਹੁੰਦਾ ਸੀਗਾ ਜਦੋਂ ਪਰਨਾ ਮੈਂ ਗਿੱਲਾ ਕਰਨਾ, ਬੱਤੀ ਜਾਣੀ ਪਰਨਾ ਗਿੱਲਾ ਕਰਕੇ ਉੱਤੋਂ ਦੀ ਪਾਉਣਾ ਮੈਂ। ਕਿੱਥੇ ਆ ਗਏ ਯਾਰ, ਮੈਂ ਆਰਾਮ ਨਾਲ ਆਪਣੇ ਘਰ ਬਹਿਨਾ ਆਪਣੀ ਫੈਮਿਲੀ ਦੇ ਨਾਲ। ਮੈਂ ਇੱਥੇ ਪਤਾ ਨਹੀਂ ਕੁਝ ਬਣੂਗਾ ਜਾਂ ਨਹੀਂ ਬਣੂਗਾ। ਫਿਰ ਕਿੰਨੇ ਸਾਲ ਨਿਕਲ ਗਏ, ਫਿਰ ਮੈਂ ਆਪਣੀ ਯੂਨੀਵਰਸਿਟੀ ਸਟਾਰਟ ਕੀਤੀ, ਉਹ ਵੀ ਮਿਊਜ਼ਿਕ ਦੇ ਵਿੱਚ। ਸੋਚਦਾ ਰਿਹਾ ਪਤਾ ਨਹੀਂ ਬਣੂਗਾ ਕੁਝ, ਕੀ ਹੋਊਗਾ। ਐਂਡ ਆਈ ਥਿੰਕ ਪਤਾ ਇੱਕ ਚੇਂਜ ਇੱਕ ਮੈਨੂੰ ਯਾਦ ਆ, ਆਈ ਥਿੰਕ 2007 'ਚ ਚੇਂਜ ਕਾਫੀ ਆਇਆ ਸੀਗਾ, ਬਿਕਾਜ਼ ਐਕਚੁਅਲੀ ਇਹ ਗੱਲ ਹੋਈ ਸੀਗੀ ਕਿ ਮੇਰਾ ਮਾਈਂਡ ਬਣਾ ਸੀ ਕਿ ਮੈਂ ਐਲਬਮ ਕਰਨੀ ਆ, ਹਨਾ, ਪਰ ਬਜਟ ਨਹੀਂ ਸੀਗਾ ਮੇਰੇ ਕੋਲ ਉਸ ਟਾਈਮ ਤੇ। ਮੇਰੇ ਭੂਆ ਨੇ ਹੈਲਪ ਮੇਰੀ ਬਹੁਤ ਕੀਤੀ ਐਟ ਦੈਟ ਟਾਈਮ। ਉਹਨੇ ਕਿਹਾ ਕਿ ਮੈਂ ਤੇਰੀ ਸਪੋਰਟ ਕਰੂੰਗਾ, ਤੂੰ ਬਸ ਗਾਣੇ ਬਣਾ। ਐਂਡ ਉਸ ਦੇ ਨਾਲ ਹੀ ਜਿਹੜਾ ਐਜੂਕੇਸ਼ਨ ਕੀਤਾ ਸਾਰਾ ਕੰਮ ਆਇਆ, ਬਿਕਾਜ਼ ਜਦੋਂ ਵੀ ਸਟੂਡੀਓ ਦੇ ਵਿੱਚ ਜਾਣਾ ਮੈਂ ਮੈਨੂੰ ਪਤਾ ਲੱਗਣਾ ਕਿ ਕਿੱਦਾਂ ਰਿਕਾਰਡਿੰਗ ਕਿੱਦਾਂ ਕਰਨੀ ਹੈ। ਬਟ ਐਕਚੁਅਲੀ
ਉਸ ਤੋਂ ਪਹਿਲਾਂ ਮੈਂ ਪੂਰਾ ਡੋਲ ਗਿਆ ਸੀਗਾ ਕਿ ਕੁਛ ਨਹੀਂ ਬਣਨਾ ਮੇਰਾ, ਮੈਂ ਮਿਊਜ਼ਿਕ ਟੀਚਰ ਹੀ ਬਣੂਗਾ, ਤੇ ਵਧੀਆ ਗੱਲ ਹੈ ਟੀਚਰ ਬਣਨਾ। ਮੈਂ ਉਸ ਤੋਂ ਪਹਿਲਾਂ ਵੀ ਮੈਂ ਟੀਚਰ ਸੀਗਾ। ਤੁਸੀਂ ਸਿਖਾਉਂਦੇ ਹੁੰਦੇ ਸੀ, ਰਾਈਟ? ਮੈਂ ਸਿਖਾਉਂਦਾ ਹੁੰਦਾ ਸੀ, ਹਾਂਜੀ, ਪਿਆਨੋ। ਮੈਂ ਐਕਚੁਅਲੀ ਗ੍ਰੇਡ 5 ਪਿਆਨਿਸਟ ਆ। ਗ੍ਰੇਡ 5 8 ਗ੍ਰੇਡਸ ਹੁੰਦੇ ਇੱਥੇ ਇੰਗਲੈਂਡ ਦੇ ਵਿੱਚ, ਪਰ ਐਂਡ ਗ੍ਰੇਡ 5 ਸੀਗਾ ਮੈਂ। ਸੋ ਮੈਂ ਮਿਊਜ਼ਿਕ ਟੀਚਰ ਸੀਗਾ ਤੇ ਇੰਡੀਅਨ ਕਲਾਸਿਕਲ ਮਿਊਜ਼ਿਕ ਦਾ ਟੀਚਰ ਸੀਗਾ, ਬੇਸਿਕ ਫਾਊਂਡੇਸ਼ਨ ਲੈਵਲ ਤੇ। ਸੋ ਮੈਂ ਪਹਿਲਾਂ ਉਹੀ ਕਰਦਾ ਸੀਗਾ। ਸੋ ਮੇਰਾ ਮਾਈਂਡ ਇਹ ਸੀਗਾ ਕਿ ਜੇ ਮੈਂ ਮਿਊਜ਼ਿਕ ਸਕਸੈਸਫੁਲ ਮਿਊਜ਼ਿਕ ਸਿੰਗਰ ਨਹੀਂ ਬਣਿਆ, ਇੱਕ ਮੈਂ ਟੀਚਰ ਬਣੂਗਾ ਸੰਗੀਤ ਦੇ ਵਿੱਚ। ਮੇਰਾ ਮਾਈਂਡ ਮੇਰਾ ਇਹੀ ਸੀ। ਐਂਡ ਪਰ ਆਈ ਥਿੰਕ ਐਵਰੀ ਟੀਚਰ ਜਾਂ ਐਵਰੀ ਮਿਊਜ਼ੀਸ਼ੀਅਨ ਦੇ ਮਾਈਂਡ ਵਿੱਚ ਹੁੰਦਾ ਕਿ ਮੈਂ ਸਕਸੈਸਫੁਲ ਹੋਵਾਂ, ਹਨਾ, ਐਜ਼ ਅ ਸਿੰਗਰ ਜਾਂ ਮਿਊਜ਼ੀਸ਼ੀਅਨ, ਤੇ ਇੰਡਸਟਰੀ ਵਿੱਚ ਕੰਮ ਕਰਾਂ। ਸੋ ਮੇਰੀ ਵਿਜ਼ਨ ਉਹੀ ਸੀਗੀ। ਐਂਡ ਦੈਨ I think 2007 ਤੋਂ ਬਾਅਦ, and that's it. It's everything started working. ਅਮਨ ਹੈਰ ਮਿਲੇ ਮੈਨੂੰ। ਐਕਚੁਅਲੀ ਮੇਰੇ ਡੈਡੀ ਫੈਕਟਰੀ 'ਚ ਕੰਮ ਕਰਦੇ ਸੀਗੇ, ਅਮਨ ਹੈਰ ਦੇ ਡੈਡੀ ਦੇ ਨਾਲ ਉਸ ਟਾਈਮ ਦੇ ਵਿੱਚ। ਤੇ ਜਦੋਂ ਵੀ ਡੈਡ ਨੇ ਘਰ ਆਉਣਾ ਰਾਤ ਨਾਈਟ ਸ਼ਿਫਟ ਕਰਕੇ, ਡੈਡ ਨੇ ਕਹਿਣਾ ਕਿ ਇੱਕ ਮੁੰਡਾ ਅਮਨ ਹੈਰ ਕਰਕੇ ਮੁੰਡਾ, ਉਹ ਬਹੁਤ ਵਧੀਆ ਮਿਊਜ਼ਿਕ ਕਰਦਾ, ਉਹਦਾ ਡੈਡੀ ਮੇਰੇ ਨਾਲ ਕੰਮ ਕਰਦਾ। ਕਿੰਨੇ ਸਾਲਾਂ ਤੋਂ ਕਹਿੰਦਾ ਰਿਹਾ ਡੈਡੀ ਮੈਨੂੰ ਕਿ ਕੰਮ ਆਪਾਂ ਉਹਨਾਂ ਕੰਮ ਕਰਾਂਗੇ ਪਹਿਲਾਂ। ਮੈਂ ਕਿਹਾ ਚਲੋ ਡੈਡ ਠੀਕ ਹੈ, ਦੇਖਦੇ ਕੀ ਬਣਦਾ। ਐਂਡ ਦੈਨ ਐਕਚੁਅਲੀ 2007 ਦੇ ਵਿੱਚ ਡੈਡੀ ਨੇ ਮੇਰੀ ਗੱਲ ਕਰਾਈ ਸੀਗੀ ਅਮਨ ਹੈਰ ਦੇ ਨਾਲ। ਫਿਰ ਮਿਲੇ, ਫਿਰ ਸਾਡਾ ਪਹਿਲਾ ਗਾਣਾ ਆਇਆ 2008 'ਚ, ਫਿਰ ਬਸ never looked back since. Wow. And ਜਦੋਂ ਪਹਿਲੀ ਵਾਰੀ ਗਾਣਾ ਆਇਆ, and when you guys were like officially singers, yeah, and you know, he was a music producer and you were a singer, ਉਸ time ਤੇ the taste of success, what was the first successful moment of your life ਕਿ ਤੁਹਾਨੂੰ ਲੱਗਿਆ ਕਿ ਆਪਾਂ ਪਪੂਲਰ ਹੋ ਰਹੇ ਹਾਂ? I think Facebook ਤੇ ਪਤਾ ਲੱਗਣ ਲੱਗਾ ਸਾਨੂੰ। Facebook ਤੇ ਮੈਸੇਜ ਆਉਣ ਲੱਗ ਪਏ Facebook ਤੇ ਕਿ ਕਿੰਨੇ ਥਾਂ ਤੋਂ, ਆਸਟ੍ਰੇਲੀਆ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ, ਕਿ ਬਹੁਤ ਵਧੀਆ ਗਾਣਾ ਤੁਹਾਡਾ, ਤੂੰ ਹੀ ਸਾਡੀ ਜਾਨ ਨੀ ਕੁੜੀਏ, ਉਹ ਬਹੁਤ ਘੈਂਟ ਗਾਣਾ। ਪਰ ਐਕਚੁਅਲੀ the first success I had, like proper big success, was 2009. ਉਦੋਂ ਮੇਰਾ ਗਾਣਾ ਆਇਆ ਸੀ, ਇੰਗਲੈਂਡ 'ਚ ਬਹੁਤ ਚੱਲਿਆ ਸੀਗਾ। ਉਹ ਗਾਣੇ ਦਾ ਨਾਂ ਸੀਗਾ ਠੇਕੇ ਵਾਲੀ ਨਹੀਂ ਚੜ੍ਹਦੀ ਨੈਣਾ ਵਿੱਚ ਘੁੱਟ ਪੜਾ ਦੇ। ਐਂਡ ਇੰਗਲੈਂਡ 'ਚ ਬਹੁਤ ਚੱਲਿਆ ਗਾਣਾ ਇੱਥੇ, ਬਹੁਤ, ਲਾਈਕ ਇਟ ਪੁੱਟ ਮੀ ਔਨ ਦ ਮੈਪ। ਐਂਡ ਦੈਨ 2009, 2010, 2011 ਇੱਥੇ ਮੈਂ ਇੰਗਲੈਂਡ ਤੇ ਯੂਰਪ ਦੇ ਵਿੱਚ ਮੈਂ ਕੰਮ ਕਰਦਾ ਰਿਹਾ। ਸ਼ੋਜ਼ ਮੈਂ ਬਹੁਤ ਕੀਤੇ, ਕਦੀ 4 5 ਸ਼ੋਅ ਦੀ ਦਿਹਾੜੀ 'ਚ ਕਰਨੇ। ਮੈਂ ਪਤਾ ਨਹੀਂ ਕਿੱਦਾਂ ਹੁੰਦੇ ਸੀ ਉਸ ਟਾਈਮ ਦੇ, ਬਹੁਤ ਲਾਈਕ ਬਹੁਤ ਸ਼ੋਜ਼ ਕੀਤੇ। ਐਂਡ ਦੈਨ ਆਬਵੀਅਸਲੀ ਇੰਟਰਨੈਸ਼ਨਲ ਫੇਮ ਤਾਂ ਆਬਵੀਅਸਲੀ 2012 ਦੇ ਵਿੱਚ ਹੀ ਮੇਰਾ ਸ਼ੁਰੂ ਹੋਇਆ, ਸਪੈਸ਼ਲੀ ਇੰਡੀਆ 'ਚ ਹਾਈ ਹੀਲਸ ਤੋਂ ਬਾਅਦ। Right. So what was the difference? Yani, ਜਦੋਂ ਤੁਸੀਂ you were popular in the UK and then India came into the picture. So how was the gradient different? I mean, the success, the gradient. ਦੇਖ ਲਓ, ਇਹ ਇੰਗਲੈਂਡ ਦਾ ਸਕਸੈਸ ਸੀਗਾ, ਇੰਡੀਆ ਦਾ। ਜਦੋਂ ਇੰਡੀਆ ਮੇਰੇ ਗਾਣੇ ਹਿੱਟ ਹੋਏ, ਬਸ then it just is different level of success. What is that different level? Can you put it in words for me? It's actually hard to put in words, but I think ਜਿੱਦਾਂ ਇੰਗਲੈਂਡ ਦੇ ਵਿੱਚ I think 2 ਮਿਲੀਅਨ ਆਪਣੇ ਏਸ਼ੀਅਨਸ ਹੋਣਗੇ, ਪਾਕਿਸਤਾਨੀ ਤੇ ਇੰਡੀਅਨ ਤੇ ਪੰਜਾਬੀ। ਤੇ ਸਾਡੇ ਹੁਸ਼ਿਆਰਪੁਰ ਦੇ ਵਿੱਚ I think 25 ਮਿਲੀਅਨ ਹੋਣੇ ਆ। ਤੁਸੀਂ ਹਿਸਾਬ ਲਾ ਲਓ। ਸੋ ਇੰਨਾ ਫਰਕ ਸੀਗਾ, ਜਿੱਥੇ 5 ਬੰਦੇ ਦੇਖਣਾ ਉੱਥੇ ਲੱਖ ਬੰਦਿਆਂ ਦੇਖਣਾ, ਇੰਨਾ ਫਰਕ ਸੀਗਾ। ਐਂਡ ਦੈਨ ਸ਼ੋਜ਼ ਵੀ ਜਿਹੜੇ ਲੱਗਣੇ ਸ਼ੁਰੂ ਹੋਏ। ਪਹਿਲੇ ਮੇਰੇ ਸ਼ੋਅ ਸੀਗੇ 400-500 ਕਪੈਸਿਟੀ ਦੇ ਸ਼ੋਜ਼, ਹੈਨਾ। ਤੇ ਆਈ ਥਿੰਕ ਉਸ ਤੋਂ ਹੁਣ ਤਾਂ ਸੁੱਖ ਦੇ ਨਾਲ ਸ਼ੋਜ਼ ਮੈਂ 50-60,000 ਦੇ ਵੀ ਕੀਤੇ, 70,000 ਦੇ ਵੀ ਸ਼ੋਜ਼ ਕੀਤੇ ਆ। ਇੰਡੀਆ ਦੇ ਵਿੱਚ 30,000 ਹੈਨਾ, ਲਾਈਕ ਕਾਲਜ ਸ਼ੋਜ਼ ਵਗੈਰਾ। ਸੋ ਬਹੁਤ ਫਰਕ ਹੈ, ਜ਼ਮੀਨ ਆਸਮਾਨ ਦਾ ਫਰਕ ਹੈ। ਦੈਨ ਇੰਡੀਆ ਇੱਕ, ਮੈਨੂੰ ਲੱਗਦਾ ਇੱਕ ਬੇਸ ਬਣ ਗਿਆ ਪੂਰੀ ਦੁਨੀਆ ਦਾ। ਪਹਿਲਾਂ ਇੰਗਲੈਂਡ ਬੇਸ ਹੁੰਦਾ ਸੀਗਾ ਮਿਊਜ਼ਿਕ ਦਾ, ਪਰ ਇੰਡੀਆ ਇੱਕ ਬੇਸ ਬਣ ਗਿਆ। ਜਿਹੜਾ ਬੰਦਾ ਇੰਡੀਆ 'ਚ ਹਿੱਟ ਹੁੰਦਾ, ਉਹ ਪੂਰੀ ਵਰਲਡ ਦੇ ਵਿੱਚ ਹਿੱਟ ਹੁੰਦਾ। ਐਂਡ ਆਈ ਥਿੰਕ ਸਪੈਸ਼ਲੀ ਪੰਜਾਬ ਐਂਡ ਦਿੱਲੀ, if you're Punjab and Delhi, you're everywhere. For my experience. Right. So ਤੁਸੀਂ ਜਦੋਂ Bollywood ਦੇ ਵਿੱਚ ਵੀ ਪੈਰ ਰੱਖਿਆ ਸੀਗਾ, you know, your songs got recreated. You've also sung for a couple of Bollywood films. And of lately, are you being offered any other Bollywood songs by the makers? Yeah, I am, but see, the biggest issue I face in Bollywood is ਕਿ ਜਿਹੜੀ ਸੱਚੀ ਗੱਲ ਆ, it's that ਜਦੋਂ ਮੈਂ ਗੀਤ ਬਣਾਉਂਦਾ, ਮੇਰੀ ਵਿਜ਼ਨ ਹੁੰਦੀ ਹੈ ਗੀਤ ਬਣਾਉਣ ਦੀ, ਐਂਡ ਮੈਂ ਲਾਈਕ ਕਰਦਾ ਗੀਤ ਉੱਦਾਂ ਹੀ ਹੋਵੇ। ਤੇ ਬਾਲੀਵੁੱਡ ਤੋੜ ਫੋੜ ਬਹੁਤ ਹੁੰਦੀ ਹੈ ਗਾਣਿਆਂ ਦੀ, ਐਂਡ ਉਹ ਮੇਰੀ ਸੋਲ ਨੂੰ ਡਿਸਟਰੋਅ ਕਰ ਦਿੰਦਾ ਉਹ ਚੀਜ਼, ਹੈਨਾ। ਲਾਈਕ ਹਮ ਗੁਲਫਾ ਗਾਣੇ ਦੀ ਵੀ ਰੀਮੇਕ ਦੇ ਵੀ ਕਾਫੀ ਆਫਰ ਮੈਨੂੰ ਆਏ, ਉਸ ਤੋਂ ਬੇਪਰਵਾਹੀਆਂ ਦੇ ਵੀ, ਬਟ ਮੈਨੂੰ ਲੱਗਾ ਨਹੀਂ ਕਿ ਉਹ ਸਹੀ ਤਰੀਕੇ ਨਾਲ ਕੀਤੇ ਜਾਣਗੇ, ਇਸ ਕਰਕੇ ਮੈਂ ਕੀਤੇ ਨਹੀਂ। ਐਂਡ ਈਵਨ ਲਾਈਕ ਫ੍ਰੈਂਚ ਸੌਂਗਸ, ਮੈਂ ਜਿੰਨੇ ਵੀ ਗਾਣੇ ਕੀਤੇ ਆ, ਈਵਨ ਕਪਲ ਆਫ ਸੌਂਗਸ ਦੈਟ ਡਨ ਫॉर Bollywood,
ਉਹ ਮੈਨੂੰ ਲੱਗਿਆ ਕਿ ਦੇ ਗ੍ਰੇਟ ਸੌਂਗਸ ਸਕਸੈਸਫੁਲ ਸੌਂਗਸ ਵੀ ਨੇ, ਪਰ ਉਹ ਸੈਟੀਸਫੈਕਸ਼ਨ ਨਹੀਂ ਪੂਰੀ ਹੁੰਦੀ ਹੈ ਨਾ। ਇੱਕ ਆਈ ਥਿੰਕ ਮਿਊਜ਼ਿਕ ਇੱਕ ਮਿਊਜ਼ੀਸ਼ੀਅਨ ਲਈ ਇੱਕ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ, ਕਰਕੇ ਪੈਸਾ ਸਾਰੀ ਦੁਨੀਆ ਬਣਾ ਰਹੀ ਆ ਹੈ ਨਾ। the whole world is making money, the whole world is doing what they're doing, making money, but for me money is not everything. money ਬਾਅਦ ਦੇ ਵਿੱਚ ਆਉਂਦਾ ਹੈ ਨਾ। for me music ਪਹਿਲਾਂ ਹੁੰਦਾ, ਸੰਗੀਤ ਪਹਿਲਾਂ ਹੋਣਾ ਚਾਹੀਦਾ। and then that's probably why ਥੋੜਾ ਹੁਣ ਮੈਂ ਥੋੜਾ ਹਟਿਆ ਹੋਇਆ, ਮੇਰੇ ਮਾਈਂਡ ਦੇ ਵਿੱਚ ਇਹੀ ਹੈ ਕਿ ਮੈਂ ਪੰਜਾਬੀ ਗਾਣੇ ਬਣਾਉਣੇ ਆ ਵਧੀਆ ਤਰੀਕੇ ਦੇ ਨਾਲ। because I remember Jazzy B once saying ਕਿ ਮੈਨੂੰ ਬਾਲੀਵੁੱਡ ਬੜਾ ਅਨਪ੍ਰੋਫੈਸ਼ਨਲ ਲੱਗਦਾ, ਯੂ نو ਕਹਿੰਦੇ ਕੁਛ ਆ ਕਰਦੇ ਕੁਛ ਆ, ਗਵਾ ਦਿੰਨੇ ਆ, ਬਾਅਦ ਚ ਫੋਨ ਨਹੀਂ ਕਰਦੇ, ਰਿਪਲਾਈ ਨਹੀਂ ਕਰਦੇ। ਤੁਹਾਡੇ ਨਾਲ ਕਦੀ ਇਦਾਂ ਦਾ ਕੁਝ ਹੋਇਆ? To be honest, ਮੈਂ I think that's probably why ਮੈਂ ਥੋੜਾ ਹਟ ਗਿਆ ਸੀ ਉਧਰ ਨੂੰ, because ਮੈਂ ਬੰਬੇ ਰਹਿੰਦਾ ਵੀ ਰਿਹਾ 2-3 ਸਾਲ, and ਸੁੱਖ ਨਾਲ ਮੇਰੇ ਗਾਣੇ ਵੀ ਇੱਕ ਹਾਈ ਰੀਮੇਕ ਆਇਆ, ਉਸ ਤੋਂ ਪਹਿਲਾਂ ਹਮਨੇ ਪੀ ਰੱਖੀ ਗਾਣਾ ਵੀ ਆਇਆ ਸੀਗਾ। but ਮੈਨੂੰ ਇਹ ਜਿਹੜਾ ਡੈਮੋ ਵੋਕਲ ਕਰਨਾ ਤੇ ਸਬਮਿਟ ਕਰਨਾ, ਮੈਨੂੰ ਇਹ ਕੰਮ ਚੰਗਾ ਨਹੀਂ ਲੱਗਦਾ। ਇਟਸ ਬਹੁਤ ਸੋਲ ਡਿਸਟਰੋਇੰਗ ਆ, ਐਂਡ ਮੈਨੂੰ ਆਪਣੀ ਜਿਹੜੀ ਆਪ ਦੀ ਕੀਮਤ ਆ ਮੈਨੂੰ ਪਤਾ ਕੀ ਆ। ਸੋ ਫॉर ਮੀ ਦੈਟਸ ਮੋਰ ਇੰਪੋਰਟੈਂਟ ਹੈ ਨਾ। ਮੈਨੂੰ ਹੁੰਦਾ ਨਹੀਂ ਗਾਣਾ ਕਿਸੇ ਦੇ ਜਾ ਕੇ ਗਾਵਾਂ ਫਿਰ ਬਾਅਦ ਦੱਸਾਂਗੇ ਆਪਾਂ ਰਿਕਾਰਡ ਕਰਨਾ ਫਿਲਮ 'ਚ ਪਾਉਣਾ ਕਿ ਨਹੀਂ। ਆਈ ਡੋਂਟ ਲਾਈਕ ਦੈਟ ਹੈ ਨਾ। ਆਮ ਸਟ੍ਰੇਟਫੋਰਵਰਡ, ਜੇ ਗਾਣਾ ਜੇ ਮੈਨੂੰ ਬੁਲਾਇਆ ਹੋਇਆ ਗਾਣੇ ਗਾਉਣ ਨੂੰ, ਮੈਂ ਗਾ ਕੇ ਜਾਣਾ, ਜਿੱਦਾਂ ਮਰਜ਼ੀ ਮੈਂ ਗਾ ਕੇ ਜਾਣਾ ਗਾਣਾ। ਸੋ ਆਈ ਥਿੰਕ ਜੈਸੀ ਭਾਜੀ ਵੀ ਸੇਮ ਕਹਿ ਰਹੇ ਸੀਗੇ ਕਿ ਆਈ ਡੋਂਟ ਲਾਈਕ ਦੈਟ। ਮੈਨੂੰ ਇਦਾਂ ਚੰਗਾ ਲੱਗਦਾ ਕਿ ਸਾਨੂੰ ਗਵਾ ਕੇ ਜਾਂ ਫਿਰ ਬਾਅਦ 'ਚ ਫੋਨ ਨਹੀਂ ਚੱਕਦੇ ਜਾਂ ਫੋਨ ਨਹੀਂ ਕਰਦੇ। these things they are unprofessional. I don't like that stuff. and I prefer ਕਿ ਇੱਕ ਮੇਲ, ਇੱਕ ਜਿਹੜਾ ਸੰਗੀਤ ਗਾਣੇ ਬਣਾਉਣੇ ਇੱਕ ਮੇਲ ਹੁੰਦਾ, ਇੱਕ ਜਦੋਂ when it comes together and the song comes out, when the song's finished, ਹੈ ਨਾ, that should remain ਹੋਣਾ ਚਾਹੀਦਾ। it shouldn't be ਕਿ ਹੋਰ ਕਿਸੇ ਨੂੰ ਆ ਕੇ ਗਵਾ ਲਓ, ਚਾਰ ਬੰਦੇ ਹੋਰ ਫੜ ਲਓ। I don't like that. Yeah. All right. So ਤੁਹਾਡੀ collaboration ਜਿਹੜੀ ਹਨੀ ਸਿੰਘ ਦੇ ਨਾਲ ਹੋਈ ਸੀ, that was a super success, right? So Honey Singh went to that phase of his and now he is back into action. Did you guys ever plan together ਕਿ ਦੁਬਾਰਾ ਤੋਂ ਕੁਝ ਕਰੀਏ because we were such a success? ਆਪਾਂ ਗੱਲ ਕਰਦੇ ਰਹਿੰਦੇ ਆ like WhatsApp ਤੇ, not as regular, like we do speak on WhatsApp. ਆਪਾਂ ਡਿਸਕਸ ਨਹੀਂ ਕੀਤਾ to be honest at the moment, ਹੈ ਨਾ। ਪਰ hopefully at some point ਹੋਊਗਾ, maybe 10th anniversary, ਪਤਾ ਨਹੀਂ ਮੈਨੂੰ ਕਦੋਂ ਹੋਊਗਾ, ਪਰ it might happen. I think music ਇਹੋ ਜਿਹੀ ਚੀਜ਼ ਆ, ਇਹ ਫੋਰਸਡ ਨਹੀਂ ਹੁੰਦਾ ਕੰਮ, ਹੈ ਨਾ। ਇਹ ਨੈਚੁਰਲੀ ਜਿਹੜਾ ਕੋਲੈਬੋਰੇਸ਼ਨ ਹੋਣਾ ਉਹ ਗੱਲ ਹੋਰ ਹੁੰਦੀ ਆ। ਐਂਡ ਈਵਨ ਜਿਹੜਾ ਆਪਣਾ ਪਹਿਲਾ ਕੋਲੈਬੋਰੇਸ਼ਨ ਜਿਹੜਾ ਆਪਣਾ ਹੋਇਆ ਸੀਗਾ ਉਹ ਨੈਚੁਰਲੀ ਹੋਇਆ ਸੀਗਾ। it wasn't ਕਿ ਬਸ ਮੈਂ ਗਾਣਾ ਕਰਨਾ, ਹਨੀ ਨੂੰ ਫੜ ਲਓ ਨਾ ਗਾਣਾ ਕਰੋ। it wasn't that. it was we found the right song, ਗਾਣਾ ਅਸੀਂ ਰਾਈਟ ਸਿਲੈਕਟ ਕੀਤਾ। ਉਸ ਤੋਂ ਪਹਿਲਾਂ ਵੀ ਗਾਣੇ ਕੀਤੇ ਰਿਕਾਰਡ ਮੈਂ, ਐਂਡ ਗਾਣਾ ਸਾਨੂੰ ਫੀਲਿੰਗ ਹੈ ਕਿ ਹਾਂ ਇਹ ਗਾਣਾ ਮੈਨੂੰ ਜੱਚ ਰਿਹਾ, ਵਧੀਆ ਲੱਗ ਰਿਹਾ, ਫਿਰ then we proceeded, ਹੈ ਨਾ। ਐਂਡ ਆਈ ਥਿੰਕ ਸੇਮ ਪ੍ਰੋਸੈਸ ਹੋਊਗਾ। ਜੇ ਸਾਨੂੰ ਲੱਗਾ ਕਿ ਹਾਂ ਗਾਣਾ ਇਹ ਵਧੀਆ, ਮੈਨੂੰ ਵੀ ਲੱਗਾ ਕਿ ਮੇਰੇ ਕੋਲ ਗਾਣਾ ਹੈਗਾ ਜਿਹੜਾ ਹਨੀ ਬਾਈ ਕਰ ਸਕਦਾ, ਲਾਈਕ ਬਹੁਤ ਵਧੀਆ ਤਰੀਕੇ ਨਾਲ ਰੈਪ ਵੀ ਕਰ ਸਕਦੇ, ਮਿਊਜ਼ਿਕ ਵੀ ਕਰ ਸਕਦੇ ਆ, then I'll send it him. but no then ਉਹ ਜਿਹੜਾ ਆਈ ਥਿੰਕ ਐਕਸਪੈਕਟੇਸ਼ਨ ਬਹੁਤ ਹੈ ਉਸ ਗਾਣੇ ਤੋਂ ਬਾਅਦ, ਆਈ ਥਿੰਕ ਵਿਦ ਹਨੀ, ਹੈ ਨਾ। ਸੋ ਹੋਊਗਾ ਇਸ ਲੈਵਲ ਤੇ ਹੋਣਾ ਚਾਹੀਦਾ। Absolutely. So ਜੇ ਆਪਾਂ ਗੱਲ ਕਰੀਏ ਤੁਹਾਡੇ ਗਾਣਿਆਂ ਦੀ, like ਬੇਪਰਵਾਹੀਆ is one of my favorite songs that I listen to a lot. So ਤੁਹਾਡਾ ਜਿਹੜਾ ਇੱਕ, when I listen to you, I also am reminded of people like Jay Sean and you know these kind of vocalists. So ਤੁਹਾਡੇ ਨਾਲ ਕਦੀ ਏਦਾਂ ਹੋਇਆ that you have been offered a venturing into Hollywood ਜਾਂ ਕਿਸੇ Indo Hollywood film ਦੇ ਵਿੱਚ ਤੁਹਾਨੂੰ ਮੌਕਾ ਮਿਲਿਆ ਹੋਵੇ ਗਾਉਣ ਦਾ? ਮੈਂ ਐਕਚੁਅਲੀ ਇੱਕ ਪ੍ਰੋਜੈਕਟ ਕੀਤਾ ਸੀਗਾ, ਮੈਂ ਇੱਕ ਇੰਟਰਨੈਸ਼ਨਲ ਪ੍ਰੋਜੈਕਟ ਸੀਗਾ। ਉਹਨਾਂ ਦੇ ਵਿੱਚ 27 ਇੰਟਰਨੈਸ਼ਨਲ ਆਰਟਿਸਟ ਉਹਨਾਂ ਨੇ ਲਏ ਹੋਏ ਸੀਗੇ। ਐਲਟਨ ਜੌਨ ਹੋ ਗਿਆ, ਕਾਲੀ ਮਨੋਗ, ਵਨ ਡਾਇਰੈਕਸ਼ਨ, ਫਰਾ ਵਿਲੀਅਮਸ, ਤੇ ਐਕਚੁਅਲੀ ਕੱਲਾ ਜਿਹੜੀ ਪੰਜਾਬੀ ਜਿਹੜਾ ਚਿਹਰਾ ਸੀਗਾ ਮੇਰਾ ਹੀ ਸੀ ਇਕੱਲੇ ਦਾ। ਸੋ ਉਹ ਚੈੱਕ ਆਊਟ ਕਰਿਓ, ਉਹਦਾ ਨਾਂ ਸੀਗਾ ਗॉड ਓਨਲੀ ਨੋ ਸੀ ਗਾਣੇ ਦਾ ਨਾਂ। ਤੇ ਉਹਨਾਂ ਨੇ ਇੱਕ ਹਾਲੀਵੁੱਡ ਪਲੇਟਫਾਰਮ ਤੇ ਉਹਨਾਂ ਨੇ ਲਾਂਚ ਕੀਤਾ ਸੀਗਾ ਫਿਰ 27 ਇੰਟਰਨੈਸ਼ਨਲ ਆਰਟਿਸਟ ਤੇ ਲਾਈਕ ਸੋ ਦੈਟ ਵਾਸ ਉਹ ਪਹਿਲਾ ਮੇਰਾ ਪ੍ਰੋਜੈਕਟ ਉਹੀ ਸੀਗਾ। And how come nobody talked about this? I think ਜ਼ਿਆਦਾ ਉਹਦਾ ਰੌਲਾ ਇੰਗਲੈਂਡ 'ਚ ਪਿਆ ਸੀਗਾ ਤੇ ਯੂਰਪ 'ਚ, ਤੇ ਆਬਵੀਅਸਲੀ ਇੰਗਲਿਸ਼ ਪੂਰਾ ਗਾਣਾ ਇੰਗਲਿਸ਼ ਦੇ ਵਿੱਚ ਸੀਗਾ, ਇਸ ਕਰਕੇ ਹੋ ਪ੍ਰੋਬਬਲੀ ਜੇ ਤੁਸੀਂ ਪੰਜਾਬੀ 'ਚ ਗਾ ਲੈਂਦੇ ਤਾਂ ਫਿਰ ਭੜਤੂ ਪੈ ਜਾਣੀ ਸੀ ਇੱਥੇ, ਹੈ ਨਾ। All right. So here in India, where do you stay? You stay at your pind or you stay in Chandigarh? ਮੈਂ ਚੰਡੀਗੜ੍ਹ 'ਚ, ਮੋਹਾਲੀ 'ਚ ਰਹਿੰਦਾ ਜੀ ਮੈਂ। Mohali se rehte ho. Wonderful. So how many months in a year do you spend here?
ਮੈਂ 7 ਕੁ ਮਹੀਨੇ 8 ਮਹੀਨੇ ਮੈਂ ਇੰਡੀਆ ਹੀ ਹੁੰਦਾ ਜੀ। ਮੈਂ ਤਾਂ ਹੁਣ ਤਾਂ ਲੋਕਡਾਊਨ ਕਰਕੇ ਮੈਂ ਆਇਆ ਨਹੀਂ, ਮੇਰੇ ਤੋਂ ਹੋਇਆ, ਪਰ ਮੈਂ ਵੈਸੇ ਮੈਂ ਰਹਿੰਦਾ ਇੰਡੀਆ 'ਚ ਹੀ ਆ So ਤਕਰੀਬਨ। how survival been Jazz ਉੱਥੇ lockdown ਦੇ ਵਿੱਚ, ਕਿਉਂਕਿ shows ਨਹੀਂ ਹੈਗੇ, ਕੁਝ ਨਹੀਂ ਹੈਗਾ, survival ਕਿੱਦਾਂ ਦਾ ਹੋ ਰਿਹਾ ਉੱਥੇ? ਬਸ ਫੈਮਿਲੀ ਨਾਲ ਚਿਲ ਕਰਨ ਦਾ ਮੌਕਾ ਮਿਲ ਗਿਆ ਹਨਾ। ਮੇਨ ਤਾਂ ਗੱਲ ਇਹੀ ਆ। ਹਾਂ, ਮੈਨੂੰ 10 ਇਅਰਸ ਹੋ ਗਏ ਮੈਨੂੰ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ, ਸ਼ੋਜ਼ ਕਰਦਿਆਂ ਨੂੰ, ਐਂਡ 10 ਸਾਲਾਂ ਬਾਅਦ ਮੈਨੂੰ ਪਹਿਲੀ ਵਾਰੀ ਨਿਊ ਈਅਰਸ ਈਵ ਦਾ ਮੈਨੂੰ ਮੌਕਾ ਮਿਲਿਆ ਫੈਮਿਲੀ ਦੇ ਨਾਲ ਬੈਠਣ ਦਾ ਤੇ ਚਿਲ ਕਰਨ ਦਾ। ਕ੍ਰਿਸਮਸ ਵੀ, ਵਿਸਾਖੀ ਵੀ, ਜਦੋਂ ਵੀ ਮੇਰਾ ਜਨਮ ਦਿਨ ਵੀ ਸੀਗਾ 3-4 ਹਫ਼ਤੇ ਪਹਿਲਾਂ। ਕਿੰਨੇ ਸਾਲਾਂ ਬਾਅਦ 1st March, right? ਹਾਂਜੀ, Congratulations. 1 ਮਾਰਚ। ਕਿੰਨੇ ਸਾਲਾਂ ਬਾਅਦ ਮੈਂ ਘਰ ਵੀ ਮੈਂ ਆਪਣੇ ਗਿਫਟ ਤੇ ਵੀ ਮੈਂ ਬੈਠਣ ਦਾ ਮੈਨੂੰ ਮੌਕਾ ਮਿਲਿਆ। ਸੋ ਇਟਸ ਬੀਨ ਆਈ ਥਿੰਕ ਮਿਊਜ਼ਿਕਲੀ ਇਟਸ ਬੀਨ ਡਿਫਿਕਲਟ ਕਰਕੇ ਜਿਹੜਾ ਸੰਗੀਤ ਆ ਉਹ ਬਣਦਾ ਐਕਸਪੀਰੀਅੰਸ ਦੇ ਨਾਲ ਬਣਦਾ ਉਹ ਹਨਾ। ਜਿਹੜੇ ਵੀ ਗਾਣੇ ਬਣਦੇ ਆ, ਜਦੋਂ ਲੋਕ ਮਿਲਦੇ ਆ ਜਾਂ ਕੋਈ ਕਿਤੇ ਜਾਈਦਾ, ਕਿਤੇ ਐਕਸਪੀਰੀਅੰਸ ਕੋਈ ਮਿਲਦਾ, ਉਹਦੇ ਨਾਲ ਇੰਸਪੀਰੇਸ਼ਨ ਮਿਲਦਾ ਤੇ ਗਾਣੇ ਬਣਦੇ ਨਾ ਉਸ ਇੰਸਪੀਰੇਸ਼ਨ ਤੋਂ। ਬਟ ਦੈਟਸ ਬੀਨ ਡਿਫਿਕਲਟ ਬਿਕਾਜ਼ ਕੋਈ ਘਰ 'ਚ ਬਹਿ ਕੇ ਇੰਸਪੀਰੇਸ਼ਨ ਕਿੱਥੇ ਹੋਣਾ ਜੇ ਟੀਵੀ ਦੇਖੀ ਜਾਣਾ। ਬਟ ਆਈ ਥਿੰਕ ਇਟਸ ਬੀਨ ਗਾਣੇ ਤਾਂ ਬਹੁਤ ਬਣਾਏ ਮੈਂ, ਲਾਈਕ ਬਹੁਤ ਸਾਰੇ ਗਾਣੇ ਬਣਾਏ ਇਨ ਲੋਕਡਾਊਨ। ਬਟ ਆਈ ਥਿੰਕ ਹੌਲੀ ਹੌਲੀ ਹੁਣ ਪ੍ਰੋਬਲਮ ਤਾਂ ਇਹ ਆ ਲੋਕਡਾਊਨ ਤੇ ਹੋਇਆ ਕਰਕੇ ਵੀਡੀਓਜ਼ ਵੀ ਨਹੀਂ ਸ਼ੂਟ ਕਰ ਸਕਦੇ। ਹੁਣ ਨਾਓ ਸਲੋਲੀ ਲੋਕਡਾਊਨ ਖੁੱਲੂਗਾ, ਵੀਡੀਓਜ਼ ਕਰਾਂਗੇ ਐਂਡ ਗਾਣੇ ਕੱਢਾਂਗੇ 5-6 So you've been ਵੀਕਸ। spending a lot of time with your family, and in one of your interviews you said that my father's never said this to me, that I'm proud of you, though I know he is. So did he get a chance to say this and confess this during this lockdown, ya hale bhi nahi bolya? ਪੰਜਾਬੀ ਸਾਡਾ, ਪੰਜਾਬੀ ਬਾਪੂ ਆ ਸਾਡਾ। ਪੰਜਾਬੀ ਬਾਪੂ ਕਰੀ ਦੱਸਦੇ ਹੁੰਦੇ ਕਿ ਹਾਂ ਤੂੰ ਵਧੀਆ ਕਰ ਰਿਹਾ, ਜੋ ਵੀ ਕਰ ਰਿਹਾ। ਉਹਨਾਂ ਨੂੰ ਇਹੀ ਹੁੰਦਾ ਬਸ ਵਿਗੜ ਨਾ ਜਾਵੇ, ਆਕੜ ਕੇ ਨਾ ਉਹਨਾਂ ਦਾ ਇਹੀ। Okay, all right. Acha, mainu ek gal dasso कि a few things that I wanted to ask you. Okay, I have this questionnaire for you. So Jazz, my first question from this questionnaire is your most prized possession. Difficult question. Karke inne prized possession. Music, obviously. Okay. Your idol as a human and as an artist. Sardoor Sikandar Saab. I'll come to that again. Learning from your parents. ਸਾਰਿਆਂ ਨੂੰ ਇਕੁਅਲ ਟ੍ਰੀਟ ਕਰਨਾ, ਟ੍ਰੀਟ ਐਵਰੀਬਾਡੀ ਇਕੁਅਲ। ਕੋਈ ਵੱਡਾ ਨਹੀਂ ਹੁੰਦਾ, ਕੋਈ ਛੋਟਾ ਨਹੀਂ ਹੁੰਦਾ। ਇਟਸ ਸਾਰੇ ਇਨਸਾਨ ਹੈ ਆਪਾਂ ਬਸ। ਸੋ ਕੀਪ ਐਵਰੀਵਨ ਇਕੁਅਲ, ਵਨਨੈਸ। Okay, things you've never done in life. ਕੀਤਾ ਮੈਂ ਬਹੁਤ ਕੁਛ ਆ। ਹੈਲੀਕਾਪਟਰ ਨਹੀਂ ਚਲਾਇਆ ਬਸ। Okay, so ਤੁਸੀਂ ਹੈਲੀਕਾਪਟਰ ਚਲਾਉਣਾ ਚਾਹੁੰਦੇ ਹੋ? ਹੈਲੀਕਾਪਟਰ ਚਲਾਉਣਾ ਚਾਹੁੰਦਾ ਮੈਂ। ਉਹੀ ਰਹਿ ਗਿਆ ਬਸ, ਹੋਰ ਕੀ ਰਹਿ। ਠੀਕ ਹੈ। ਅੱਛਾ, your equation with the other artists of the industry, how cool are you with them? I'm cool with everybody. ਮੇਰਾ ਤਾਂ ਕਿਸੇ ਨਾਲ ਰੌਲਾ ਨਹੀਂਗਾ, ਕਿਸੇ ਨਾਲ ਬੀਫ ਨਹੀਂ ਹੈਗੀ, ਕਿਸੇ ਨਾਲ ਰੌਲਾ ਨਹੀਂਗਾ। ਐਂਡ ਜਿਹੜੇ ਵੀ ਮੈਨੂੰ ਮਿਲਦਾ, ਮੈਨੂੰ ਪਿਆਰ ਨਾਲ ਮਿਲਦਾ। ਐਂਡ ਆਈ ਥਿੰਕ ਉਹ ਫੀਲਿੰਗ ਵੀ ਮਿਊਚੁਅਲ ਆ। I love every artist. ਮੈਨੂੰ like you'll never see me in any beef with anybody. any ਕੋਈ controversy ਹੋ ਗਈ, like ਮੇਰਾ ਸਟਾਈਲ ਨਹੀਂਗਾ। ਮੇਰਾ ਹੈਗਾ ਬਸ ਸਾਰਿਆਂ ਨੂੰ ਪਿਆਰ ਨਾਲ ਬਣਾਉਣਾ ਐਂਡ ਪਿਆਰ ਨਾਲ ਕਰਨਾ ਬਸ। ਆਈ ਥਿੰਕ ਸਾਡੀ ਇੰਡਸਟਰੀ ਬਹੁਤ ਛੋਟੀ ਜਿਹੀ ਆ, ਲੋਕਾਂ ਨੂੰ ਲੱਗਦਾ ਕਿ ਬਹੁਤ ਵੱਡੀ ਆ, ਪਰ ਸਾਰੇ ਮਿਲਦੇ ਰਹਿੰਦੇ ਆ ਜਿੱਥੇ ਵੀ ਜਾਈਦਾ। ਲਾਈਕ everybody meets everybody, so everybody's cool with me. So ਕਦੀ ਕੋਈ ਇਹ ਮਾਰਕੀਟਿੰਗ ਲਈ ਕਿਸੇ ਨੇ ਨਹੀਂ ਬੋਲਿਆ ਕਿ ਵੀਰੇ ਏਦਾਂ ਕਰਦੇ ਆ, ਆਪਾਂ ਇੱਕ ਕੰਟਰੋਵਰਸੀ ਕ੍ਰੀਏਟ ਕਰ ਲੈਂਦੇ ਆ, ਬਾਅਦ ਚ ਆਪਾਂ ਇਕੱਠੇ ਗਾਣਾ ਕਰ ਲਾਂਗੇ, ਇਟਸ ਗੋਇੰ ਟੂ ਬੀ ਅ ਹਿਊਜ ਹਿੱਟ? ਨਹੀਂ ਯਾਰ, ਉਹਨਾਂ ਨੇ ਮੈਨੂੰ ਪਤਾ ਮੈਂ ਕਰਨਾ ਹੀ ਨਹੀਂਗਾ। ਇਹ ਨਹੀਂ ਮੇਰੇ ਤੋਂ ਹੁੰਦਾ। So what is your take on this? Because there's a lot of this happening these days. It's cool. I think ਕਈਆਂ ਨੂੰ ਹੁੰਦਾ, like I think ਇੱਕ ਬਿਜ਼ਨਸ ਇੱਕ ਟੈਕਨੀਕ ਹੈ ਕਈ ਲੋਕਾਂ ਲਈ, but I think I don't agree with it, ਹੈ ਨਾ। ਮੈਨੂੰ ਪੂਰਾ ਅਗਰੀਮੈਂਟ ਨਹੀਂ ਕਿ ਇਸ ਕਰਕੇ ਤੁਹਾਡਾ ਸੰਗੀਤ ਬੋਲਣਾ ਚਾਹੀਦਾ ਜਾਂ ਮਿਊਜ਼ਿਕ, ਹੈ ਨਾ। that's enough. I know ਕਿ ਕਈ ਲੋਕ ਉਹਦੇ ਚੱਕ ਦਿੰਦੇ ਗੱਲ just to make ਉਹਨਾਂ ਦਾ ਗਾਣਾ ਸਕਸੈਸਫੁਲ ਹੋ ਜਾਵੇ। ਕਾਲਿਆਂ ਦੇ ਮਿਊਜ਼ਿਕ 'ਚ ਵੀ, ਮੇਨਸਟ੍ਰੀਮ ਮਿਊਜ਼ਿਕ 'ਚ ਵੀ ਇਹੀ ਹੁੰਦਾ, but I don't agree with that. I don't think he needs it. ਉਹਦੇ ਲਾਈਫ ਦੇ ਵਿੱਚ ਇੰਨੀਆਂ ਟੈਨਸ਼ਨਾਂ ਉਹਦੇ ਵੀ ਬਹੁਤ ਹੈ, ਐਵੇਂ ਹੋਰ ਕਿਉਂ ਪਾਉਣੀ ਆਪਣੇ ਸਿਰ। True that.
ਐਂਡ ਲੋਕਾਂ ਨੂੰ ਵੀ ਦੇਣੀ ਹੈ ਇਹ ਵਾਲੀ ਟੈਨਸ਼ਨ ਬਾਈ ਮੈਂ ਬਾਈ ਦੇ ਨਾਲ ਆ ਮੈਂ ਉਹ ਵਾਲੇ ਬਾਈ ਦੇ ਨਾਲ ਮੈਂ ਸਾਰਿਆਂ ਦੇ ਨਾਲ ਆ I love everybody. Great. Okay, so your reaction on artists who are singers but know nothing about the art, like ਤੁਸੀਂ ਇੰਨੇ ਸਿੱਖੇ ਹੋਏ ਹੋ ਯਾਨੀ you've been trained so much, but ਅੱਜਕੱਲ you know, have you ever come across a person ਜਿਹਨੂੰ ਕਿਹਾ ਜਾਂਦਾ ਬਹੁਤ ਵਧੀਆ ਗਾਉਂਦਾ ਵੀਰੇ ਬਹੁਤ ਪਪੂਲਰ ਹੈ ਇਹ ਤੇ when he opens his mouth in front of the mic and you feel like dude are you serious? Yeah. ਮੈਂ ਵੈਸੇ ਜੱਜ ਨਹੀਂ ਕਰਦਾ ਕਿਸੇ ਨੂੰ ਲਾਈਕ ਮੇਰੀ ਔਕਾਤ ਨਹੀਂ ਮੈਂ ਕਿਸੇ ਨੂੰ ਜੱਜ ਕਰਾਂ ਹਾਂ don't be diplomatically correct. ਨਹੀਂ ਮੈਂ ਵੈਸੇ ਨਹੀਂ ਕਰਦਾ I just think ਮੈਂ ਸੱਚੀ ਕਹਿ ਰਿਹਾ ਮੈਂ ਉਹਦੇ ਮੈਂ ਫੁਕਰੀ ਨਹੀਂ ਮਾਰ ਰਿਹਾ I don't really I think ਚਲੋ ਜੋ ਕਰਦਾ ਕਰੀ ਜਾਂ ਕੁਛ ਤਾਂ ਕੋਈ ਚਮਤਕਾਰ ਤਾਂ ਹੋਊਗੀ ਕੋਈ ਇੱਕ ਸਪੈਸ਼ਲ ਚੀਜ਼ ਤਾਂ ਹੋਗੀ ਬੰਦੇ ਦੇ ਵਿੱਚ ਤਾਂ ਹੀ ਸਕਸੈਸਫੁਲ ਆ ਬਟ ਆਈ ਥਿੰਕ ਜਿਹੜੀ ਮੇਰੀ ਮਾਈਂਡ ਦੇ ਵਿੱਚ ਜਿਹੜੀ ਗੱਲ ਕਦੀ ਚੱਲਦੀ ਹੁੰਦੀ ਆ ਕਿ ਭਾਵੇਂ ਤੁਸੀਂ ਸਿੱਖੇ ਨਹੀਂ ਲਾਈਕ ਐਂਡ ਜੇ ਤੁਸੀਂ ਸਕਸੈਸਫੁਲ ਆ ਫਿਰ ਵੀ ਤੁਹਾਨੂੰ ਮੌਕਾ ਮਿਲਿਆ ਇਸ ਮੁਕਾਮ ਤੇ ਪਹੁੰਚੇ ਹੋਏ ਆ ਤੁਸੀਂ ਹੁਣ ਸਿੱਖ ਲਓ ਮੇਰੇ ਮਨ 'ਚ ਇਹ ਘੁੰਮਦਾ ਇਫ ਯੂ ਡੋਂਟ ਨੋ ਗਾਣਾ ਨਹੀਂ ਆਉਂਦਾ ਜਾਂ ਲਿਖਣਾ ਨਹੀਂ ਆਉਂਦਾ ਜਾਂ ਕੰਪੋਜੀਸ਼ਨ ਨਹੀਂ ਬਣਾਉਣੀ ਆਉਂਦੀ ਹੁਣ ਸਿੱਖ ਲਓ ਇਟਸ ਲਾਈਫ ਇਜ਼ ਨਾ ਲਰਨਿੰਗ ਐਕਸਪੀਰੀਅੰਸ ਆ ਜਿੰਨਾ ਮਰਜ਼ੀ ਸਿੱਖ ਲਓ ਹੁਣ ਜਿੱਦਾਂ ਹੁਣ ਮੈਂ ਆ ਲਾਈਕ ਆਈ ਐਮ ਕਨਸਟੈਂਟਲੀ ਲਰਨਿੰਗ ਭਾਵੇਂ ਮਿਊਜ਼ਿਕ ਦੀ ਗੱਲ ਨਾ ਹੋਵੇ ਯਾਰ ਹੈਲੋ ਸੌਰੀ ਓਕੇ ਮੈਂ ਕਿਹਾ ਜਿੱਦਾਂ ਹੁਣ ਮਿਊਜ਼ਿਕ ਹੋਇਆ ਜਾਂ ਕੋਈ ਗਾਣਾ ਕੋਈ ਲਰਨ ਕਰਨਾ ਹੋਇਆ ਜਾਂ ਕੋਈ ਮਿਊਜ਼ਿਕ ਪੀਸ I make a constructive effort ਕਿ ਮੈਂ ਸਿੱਖਾਂ ਜਾਂ ਉੱਦਾਂ ਹੀ ਵੀ ਗੱਲ ਕਰ ਲਓ ਟ੍ਰੇਨਿੰਗ ਦੀ ਗੱਲ ਕਰ ਲਓ ਲਾਈਕ ਵੇਟ ਲਿਫਟਿੰਗ ਹੋ ਗਈ ਜਾਂ ਫਿਟਨੈਸ ਦੀ ਹੋ ਗਈ ਮੈਂ I'm always improving ਕਿ ਮੈਂ ਬਾਕਸਿੰਗ ਸਿੱਖ ਲਵਾਂ ਟਾਈ ਬਾਕਸਿੰਗ ਕਰ ਲਵਾਂ ਰੈਸਲਿੰਗ ਕਰ ਲਵਾਂ ਹਨਾ ਇਟਸ ਇਹ ਲਾਈਫ ਆ you continue learning so ਮੇਰੇ ਮਨ 'ਚ ਕਦੀ ਆਉਂਦਾ ਹੁੰਦਾ ਕਿ ਯਾਰ ਚਲੋ ਜੇ ਤੁਹਾਡੀ ਸਿੱਖਿਆ ਘੱਟ ਆ ਹੁਣ ਸਿੱਖ ਲਓ we've always got that's what's ਥੋੜੀ annoying ਗੱਲ ਆ because ਇਹ ਤਾਂ ਉਹ ਵਾਲੇ ਨਾ ਜਿਹੜੇ ਗਾਉਂਦੇ ਆ ਤੁਹਾਨੂੰ ਲੱਗਦਾ ਕਿ ਚਲੋ ਗਾ ਸਕਦੇ ਆ you know they're still singers but ਅੱਜਕੱਲ ਦਾ ਜਿਹੜਾ ਵਾਇਰਲ ਕਲਚਰ ਹੈ ਜਿਹਦੇ ਵਿੱਚ ਸੋਸ਼ਲ ਮੀਡੀਆ ਤੇ suddenly somebody becomes an overnight star and is not a singer I mean but ਉਹਦੇ ਗਾਣੇ ਆਉਂਦੇ ਆ ਉਹਦੇ he poses as a singer ਤੇ ਉਹਨਾਂ ਨੂੰ ਕਦੀ ਦੇਖ ਕੇ ਲੱਗਦਾ ਕਿ ਯਾਰ ਅਸੀਂ ਤਾਂ ਐਵੇਂ ਸਾਲ ਗਾਲ ਤੇ ਇੰਨੀ ਤਪੱਸਿਆ ਕਰਦੇ ਆਪਾਂ ਉਹ ਦੀ ਕਿਸਮਤ ਆ ਪਹਿਲਾਂ ਮੈਂ ਬਹੁਤ ਖਿੱਚਦਾ ਹੁੰਦਾ ਸੀਗਾ ਕਿ ਯਾਰ ਅਸੀਂ ਇੰਨੀ ਚਲੋ ਮੈਂ ਤਾਂ ਚਲੋ ਬਹੁਤ ਇੱਕ ਮੈਂ ਸਟੂਡੈਂਟ ਆ ਹਜੇ ਵੀ ਮੈਂ ਹਨਾ ਮੇਰੇ ਤੋਂ ਤਾਂ ਬਹੁਤ ਵਧੀਆ ਗਾਉਂਦੇ ਆ ਪੰਜਾਬ ਦੇ ਵਿੱਚ ਵੀ ਇੰਡੀਆ 'ਚ ਵੀ ਪਰ ਜੇ ਮੈਂ ਸੋਚਦਾ ਫਿਰ ਜਿਹੜੇ ਉਸ ਲੈਵਲ ਦੇ ਸਿੰਗਰ ਉਹ ਕੀ ਸੋਚਦੇ ਹੋਣਗੇ so I just think ਚਲੋ ਉਹਨਾਂ ਦੀ ਕਿਸਮਤ ਆ everybody comes with fate ਹਨਾ ਹਰ ਬੰਦੇ ਦੀ ਆਪਣੀ ਡੈਸਟੀਨੀ ਹੈ ਆਪਣੀ ਫੇਟ ਆ ਉਹਨੂੰ ਹੇਟ ਨਹੀਂ ਕਰੀਦਾ ਲਾਈਕ just let them be ਜੋ ਕਰਦੇ ਉਹਨਾਂ ਨੂੰ ਕਰ ਦਿਓ so love nice okay fine acha UK music scene versus the Punjabi music scene what is the biggest difference in the way people receive your songs what kind of taste ਬਹੁਤ weird ਆ because ਇੰਡੀਆ ਦੇ ਵਿੱਚ ਮੈਨੂੰ ਲੱਗਦਾ ਜਿੰਨੇ ਵੀ ਮੈਨੂੰ ਆਰਟਿਸਟ ਵੀ ਮਿਲਦੇ ਆ ਜਾਂ ਫੈਨਸ ਵੀ ਮਿਲਦੇ ਆ ਉਹਨਾਂ ਨੂੰ ਚਾਹੀਦਾ ਕਿ ਮੈਨੂੰ ਚਾਹੀਦੇ ਹੈਗੇ ਆ ਅਰਬਨ ਗਾਣੇ ਜਿੱਦਾਂ ਜ਼ੁਲਫਾ ਵਰਗੇ ਬੇਪਰਵਾਹੀਆਂ ਵਰਗੇ ਸਿਤਾਰੇ ਵਰਗੇ ਗਾਣੇ ਤੇਰੀਆਂ ਹੋ ਗਿਆ ਬੰਬੇ ਹੋ ਗਿਆ ਇੰਗਲੈਂਡ ਦੇ ਵਿੱਚ ਮੈਨੂੰ ਚਾਹੁੰਦੇ ਦੇਸੀ ਗਾਣੇ ਜਿੱਦਾਂ ਮੈਂ ਗਾਣਾ ਕੀਤਾ ਸੀਗਾ ਮੁੰਡਾ ਲਾਈਕ ਮੀ ਮੁਟਿਆਰ ਲਾਈਕ ਯੂ ਐਤਵਾਰ ਗਾਣਾ ਕੀਤਾ ਸੀਗਾ they love that ਹੁਣ ਪਿੱਛੇ ਜੇ ਮੈਂ ਕਿਸਾਨਾਂ ਦਾ ਇੱਕ ਮੈਂ ਗੀਤ ਕੀਤਾ ਸੀਗਾ ਹੁੱਕੇ ਮੰਗਾਏ ਸੀ ਪੰਜਾਬੀ 'ਚ ਬਾਕੀ ਸਾਰਾ ਇੰਗਲਿਸ਼ 'ਚ ਰੈਪ ਦੇ ਵਿੱਚ ਸੀਗਾ ਤੇ ਉਹ ਬਹੁਤ ਮਕਬੂਲ ਹੋਇਆ ਇੱਥੇ ਯੂਥ ਨੇ ਬਹੁਤ ਪਸੰਦ ਕੀਤਾ ਜਾਨੀ ਕਿ ਇੰਗਲੈਂਡ ਦੇ ਵਿੱਚ ਮੈਨੂੰ ਮੇਰੇ ਦੇਸੀ ਗਾਣੇ ਪਸੰਦ ਕਰਦੇ ਆ ਇੰਡੀਆ ਦੇ ਵਿੱਚ ਲਾਈਕ ਕਰਦੇ ਆ ਅਰਬਨ ਗਾਣੇ ਸੋ ਥੋੜਾ ਜਿਹਾ ਮੈਨੂੰ ਰੱਖਣਾ ਪੈਂਦਾ ਇੰਗਲੈਂਡ ਦਾ ਵੀ ਥੋੜਾ ਜਿਹਾ ਰਾਈਟ ਅੱਛਾ ਸੋ ਹੁਣ ਆਪਾਂ ਗੱਲ ਕਰਦੇ ਹਾਂ the last 3 topics that I want to discuss with you about the first one is farmers so farmers ਤੇ ਤੁਸੀਂ ਗਾਣਾ ਵੀ ਕੱਢਿਆ and the moment you know the whole agitation started you were vocal be it on social media ਤੁਸੀਂ ਰਿਹਾਨਾ ਦੀ ਟਵੀਟ ਦੇ ਉੱਪਰ ਵੀ ਇਹ ਲਿਖਿਆ ਕਿ ਬਾਲੀਵੁੱਡ ਦੇ ਲੋਕੀ ਕਿਉਂ ਨਹੀਂ ਗੱਲ ਕਰ ਰਹੇ ਇਹਦੇ ਬਾਰੇ so what is your take on the whole situation ਦੇਖੋ ਜੀ ਹੁਣ ਸਾਰਿਆਂ ਨੂੰ ਪਤਾ ਕੀ ਹੋ ਰਿਹਾ ਹਨਾ ਦਿੱਲੀ 'ਚ ਹਨਾ ਸਾਡੇ ਕਿਸਾਨਾਂ ਦੇ ਨਾਲ ਐਂਡ ਇਟਸ ਜਸਟ ਇੱਕ ਫਰਸਟ੍ਰੇਸ਼ਨ ਹਜੇ ਵੀ ਉਹ ਜਿਹੜੀ ਫਰਸਟ੍ਰੇਸ਼ਨ ਆ ਉਹ ਦਿਮਾਗ ਖਾ ਰਹੀ ਆ ਰੋਜ਼ ਦੇਖ ਕੇ ਹਨਾ ਬਜ਼ੁਰਗਾਂ ਨੂੰ ਦੇਖ ਕੇ ਤੇ ਗਵਰਨਮੈਂਟ ਦੇ ਜਿਹੜੇ ਉਹਨਾਂ ਦੇ ਜਿਹੜੇ ਕਰ ਰਹੇ ਆ ਜਿਹੜੇ ਜੋ ਵੀ ਕਰ ਰਹੇ ਆ ਉਹ ਦੇਖ ਕੇ ਗੁੱਸਾ ਤਾਂ ਆਉਂਦਾ ਹੁਣ
hopefully ਹਾਲ ਤਾਂ ਹੋਊਗਾ, ਕਿਤੇ ਹਾਲ ਤਾਂ ਨਿਕਲੂਗਾ ਤੇ ਜਿੱਤ ਕੇ ਜਾਵਾਂਗੇ ਆਪਾਂ। but my take on the whole thing is that ਇਹ ਇੱਕ ਹਿਊਮਨ ਇਸ਼ੂ ਬਣ ਗਿਆ। ਇਹ ਇਕੱਲਾ ਕਿਸਾਨਾਂ ਦਾ ਇਸ਼ੂ ਨਹੀਂਗਾ, ਉਹਨਾਂ ਦੇ ਜਿਹੜੇ ਹਿਸਾਬ ਨਾਲ ਉਹ ਬੈਠੇ ਆ, the way the way they've been treated, ਬੇਇਨਸਾਫੀ ਹੋ ਰਹੀ ਆ, ਹਨਾ। ਇਕੱਲੇ ਪੰਜਾਬੀਆਂ ਦੇ ਨਾਲ ਨਹੀਂ, ਪੂਰੇ ਫਾਰਮਰਸ ਦੇ ਨਾਲ। ਜਿਹੜਾ ਮੇਰਾ ਜਿੱਦਾਂ ਹੁਣ ਮੈਂ ਗਾਣਾ ਵੀ ਮੈਂ ਕੀ ਕੀਤਾ ਸੀਗਾ, ਮੈਂ ਕਈ ਮਹੀਨੇ ਤੋਂ ਮੈਂ ਦੇਖ ਰਿਹਾ ਸੀ ਕਿ ਆਪਣੇ ਪੰਜਾਬ ਦੇ ਆਰਟਿਸਟ, ਹਰਿਆਣੇ ਦੇ ਆਰਟਿਸਟ ਵੀ ਬਹੁਤ ਸਾਰੇ ਗਾਣੇ ਬਣਾ ਰਹੇ ਆ, ਹਨਾ। ਕਿ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਜੋਸ਼ ਬਣ ਗਿਆ ਸੀਗਾ ਪੂਰਾ, ਹਨਾ, ਇੰਡੀਆ ਦੇ ਵਿੱਚ। ਇੱਥੇ ਵੀ ਉਹ ਜੋਸ਼ ਇੱਧਰ ਵੀ ਬਹੁਤ ਫੈਲਿਆ ਹੋਇਆ ਸੀਗਾ, ਇੰਗਲੈਂਡ 'ਚ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਐਵਰੀਵੇਅਰ। ਤੇ ਐਕਚੁਅਲੀ ਮੇਰਾ ਮੇਨ ਰੀਜ਼ਨ ਉਹ ਗੀਤ ਕਰਨ ਨੂੰ ਸੀਗਾ, ਬਿਕਾਜ਼ ਜਿਹੜੀ ਇੱਥੇ ਦੀ ਯੂਥ ਸੀਗੀ, ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਕੀ ਹੋ ਰਿਹਾ ਇੱਧਰ, ਕਿਉਂਕਿ ਉਹ ਜੁੜੇ ਪੰਜਾਬ ਨਾਲ। ਮੈਂ ਜੁੜਿਆ ਪੰਜਾਬ ਦਾ ਪੂਰਾ, ਮੇਰੀ ਜਵਾਨੀ, ਮੇਰੀ everything is ਪੰਜਾਬ for me, ਹੈ ਨਾ। my life is ਪੰਜਾਬ, I love, it's who I am। ਮੈਂ ਜੋ ਆਰਟਿਸਟ ਮੈਂ ਬਣਿਆ ਪੰਜਾਬ ਕਰਕੇ ਬਣਿਆ, ਹੈ ਨਾ। so ਮੈਨੂੰ ਲੱਗਾ ਕਿ ਮੇਰੇ ਭਰਾਵਾਂ ਨੇ ਸਾਰਾ ਜਿੰਨਾ ਵੀ ਮੈਟਰ ਜਿਹੜਾ ਹੋ ਰਿਹਾ ਇੰਡੀਆ ਦੇ ਵਿੱਚ, ਉਹਨੇ ਕਵਰ ਕਰ ਲਿਆ, ਪਰ ਇੰਗਲੈਂਡ ਦੇ ਵਿੱਚ ਮੈਟਰ ਨਹੀਂ ਕਵਰ ਹੋ ਰਿਹਾ। ਸੋ ਇਸ ਕਰਕੇ ਇੱਥੇ ਦੇ ਕਾਲੇ ਆਰਟਿਸਟ ਆ, ਕਾਫੀ ਮਸ਼ਹੂਰ ਆਰਟਿਸਟ ਆ, ਉਹਨਾਂ ਨੇ ਇਕੱਠੇ ਕਰਕੇ ਆਪਾਂ ਕੋਲੈਬੋਰੇਸ਼ਨ ਤਾਂ ਉਹ ਕੀਤਾ ਸੀਗਾ। ਉਹਦੇ ਵਿੱਚ ਓਬਵੀਅਸਲੀ ਜੇ ਤੁਸੀਂ ਸੁਣੋਗੇ ਵੀ ਗਾਣਾ, ਉਹ ਮੇਰੀ ਦਿਲ ਦੀ ਭੜਾਸ ਨਿਕਲਦੀ ਆ ਉਹ ਗਾਣੇ ਦੀ। ਐਂਡ ਜੇ ਆਪਾਂ ਬਾਲੀਵੁੱਡ ਦੀ ਗੱਲ ਕਰੀਏ, ਯੈਸ, ਮੈਂ ਕਾਫੀ ਵੋਕਲ ਤਾਂ ਸੀਗਾ ਬਿਕਾਜ਼ ਮੈਨੂੰ ਗੁੱਸਾ ਆ ਰਿਹਾ ਸੀ ਦੇਖ ਕੇ। ਮੈਂ ਅਜੇ ਦੇਵਗਨ ਦੀ ਟਵੀਟ ਤੇ ਵੀ ਮੈਂ ਮਾਰਿਆ ਸੀ, ਮੈਂ ਡਿਸ ਮਾਰਿਆ ਸੀਗਾ, ਬਿਕਾਜ਼ ਆਈ ਵਾਸ ਅਨੋਇਡ। ਮੈਨੂੰ ਦੁੱਖ ਲੱਗਾ ਕਿ ਉਹ ਕਹਿ ਰਿਹਾ ਜੋ ਵੀ ਹੋ ਰਿਹਾ, ਇਹ ਪ੍ਰੋਪਾਗੈਂਡਾ ਹੋ ਰਿਹਾ, ਖਾਲਿਸਤਾਨ, ਜੋ ਵੀ ਕਹਿ ਰਹੇ ਸੀਗੇ ਉਹ। ਉਹਨੂੰ ਮੈਂ ਖੁਦ ਵੀ ਕਿਹਾ ਸੀਗਾ ਕਿ ਲੁੱਕ, ਸਾਡੇ ਬਜ਼ੁਰਗ ਬੈਠੇ ਆ, ਤੁਸੀਂ ਆਪਣੇ ਬਜ਼ੁਰਗ ਭੇਜ ਦਿਓ 2 ਦਿਨਾਂ ਲਈ, ਪਤਾ ਕੀ ਬੀਤ ਰਹੀ ਉਹਨਾਂ ਤੇ, ਹਨਾ। ਐਂਡ ਆਈ ਥਿੰਕ ਦੈਟਸ my take on it, ਜਿਹੜੀ ਅਸਲੀ ਗੱਲ ਹੈ, that's how I feel। ਹੁਣ I know ਜ਼ਿਆਦਾ ਇੱਥੇ ਇੰਗਲੈਂਡ ਦੇ ਵਿੱਚ ਹੁਣ ਉਹ ਜ਼ੋਰ ਨਹੀਂ ਹੈਗਾ ਇੰਗਲੈਂਡ ਦੇ ਵਿੱਚ ਇਸ ਵੇਲੇ। ਆਪਾਂ ਨੂੰ ਪਤਾ ਇੰਡੀਆ ਦੇ ਵਿੱਚ ਪੂਰਾ ਜ਼ੋਰ ਆ, ਦਿੱਲੀ ਦੇ ਵਿੱਚ ਪੂਰਾ ਜ਼ੋਰ ਆ, ਪਰ ਉਹ just waiting, ਹਨਾ, ਵੇਟ ਕਰ ਰਹੇ ਆ ਕੋਈ ਹੱਲ ਨਿਕਲੇ, ਹਨਾ। this gets sorted mainly। So ਤੁਸੀਂ ਦੇਖੀਏ ਸਾਰੀ, I mean you've seen it, you feel it, right, the whole journey, ਠੀਕ ਹੈ। ਤੇ ਇਹਦੇ ਵਿੱਚ ਇੱਕ ਬੜੀ ਸਟਰੋਂਗਲੀ ਇੱਕ ਆਪੋਜੀਸ਼ਨ ਆਈ ਸੀ ਇੱਕ ਮੀਡੀਆ ਹਾਊਸ ਵੱਲੋਂ, you know, people who were covering the news channel, the news channels who were covering the farmers protest, they were calling names to farmers। ਕੋਈ ਇਹਨਾਂ ਨੂੰ ਆਤੰਕੀ ਕਹਿੰਦਾ ਸੀਗਾ, ਕੋਈ ਇਹਨਾਂ ਨੂੰ ਖਾਲਿਸਤਾਨੀ ਕਹਿੰਦਾ ਸੀ, ਕੋਈ ਇਹਨਾਂ ਨੂੰ you know, they were saying that they want to do all these agitations because they earn out of it। so ਉਹਦੇ ਲਈ ਵੀ ਬੈਕਲੈਸ਼ ਪਿਆ ਹੈ ਪੰਜਾਬੀ ਆਰਟਿਸਟ ਤੇ, ਬਿਕਾਜ਼ ਪੀਪਲ ਆਰ ਬਲੇਮਿੰਗ them of double standards, ਕਿ ਤੁਸੀਂ ਇੱਕ ਪਾਸੇ ਕਿਸਾਨਾਂ ਦੇ ਲਈ ਨਾਰੇ ਲਗਾਉਂਦੇ ਹੋ, ਉਹਨਾਂ ਦੇ ਨਾਲ ਬੈਠਦੇ ਹੋ, ਤੇ ਦੂਜੇ ਪਾਸੇ ਉਸੇ ਮੀਡੀਆ ਹਾਊਸ ਦੇ ਸ਼ੋਜ਼ ਦੇ ਵਿੱਚ ਜਾ ਕੇ ਤੁਸੀਂ ਆਪਦੀ ਯੂ نو ਯੋਰ ਹਾਰਟ ਟਾਕਸ ਕਰਦੇ ਹੈਗੇ ਹੋ। ਸੋ ਇਸ ਡਬਲ ਸਟੈਂਡਰਡਸ ਬਾਰੇ ਤੁਹਾਡਾ ਕੀ ਕਹਿਣਾ? To be honest, it's difficult because ਹੁਣ ਆਪਾਂ ਸ਼ੋਜ਼ ਵੀ ਲਾਉਣੇ ਆ, ਹਨਾ, ਆਪਾਂ ਕੰਮ ਵੀ ਕਰਨਾ। ਜੇ ਉਹ ਪਲੇਟਫਾਰਮ, ਜਿੱਦਾਂ ਹੁਣ ਕਾਫੀ ਪਲੇਟਫਾਰਮਸ ਹੈ ਜਿਹੜੇ ਇੰਡੀਆ ਦੇ ਵਿੱਚ ਜਿਹੜੀ ਸਪੋਰਟ ਕਰ ਰਹੇ ਆ, the government ਸਪੋਰਟ ਕਰ ਰਹੇ ਆ। so I don't think we should put our songs on them platforms, if I'm honest, ਜਿਹੜੀ ਸੱਚੀ ਗੱਲ ਮੈਂ ਕਰਾਂ ਮੈਂ। but ਜੇ ਆਪਾਂ ਗੀਤ ਕਰ ਰਹੇ ਆ, ਲੇਬਲਸ ਲਈ ਗਾਣਾ ਕਰ ਰਹੇ ਆ, ਉਹ ਰਿਲੀਜ਼ ਕਰ ਰਹੇ ਆ, ਉਹਨਾਂ ਨੇ ਉਹ ਨੈਗਲੈਕਟ ਨਹੀਂ ਕਰ ਸਕਦੇ। ਉਹਨਾਂ ਦੀ ਕਮਾਈ ਆ। ਜਿਹੜੇ ਗਾਣੇ ਪਹਿਲਾਂ ਸਾਈਨ ਕੀਤੇ ਹੋਏ ਆ, ਜਿਹੜੇ ਇੰਡੀਪੈਂਡੈਂਟਲੀ ਗਾਣੇ ਕਰਦੇ ਆ, ਜਾਂ ਯੂ ਕੈਨ ਡਿਸਾਈਡ ਕਿੱਦਾਂ ਕਰਨੀ ਆ। but the thing is, talking about double standards, I think it's very thin line, and बहुत ज़्यादा thin line है, because you still want to be in a position to work in India, and you still want to do shows in India, and but you have to be vocal about how you feel, ਤੁਹਾਡੀ ਜਿਹੜੀ ਤੁਹਾਡੀ ਜ਼ਮੀਰ ਹੈ, ਉਹ ਜੇ ਤੁਸੀਂ ਨਹੀਂ ਬੋਲ ਰਹੇ, ਤੁਸੀਂ ਫੋਲੋ ਕਰ ਰਹੇ ਜੋ ਵੀ ਹੋ ਰਿਹਾ, ਤੁਹਾਡੀ ਜ਼ਮੀਰ ਮਰ ਰਹੀ ਹੈ, ਜਿਹੜੀ ਸਿੱਧੀ ਗੱਲ ਆ। but it's difficult। I know ਕਿੰਨੇ ਆਰਟਿਸਟ ਚੁੱਪ ਬੈਠੇ ਆ ਬਿਕਾਜ਼ ਉਹ ਡਰ ਰਹੇ ਆ। ਹੁਣ ਆਪਾਂ ਗੱਲ ਕਰ ਸਕਦੇ, ਆਪਾਂ ਇੰਗਲੈਂਡ 'ਚ ਬੈਠੇ ਆ, ਆਪਾਂ ਜਿੰਨੀ ਮਰਜ਼ੀ ਗੱਲ ਕਰ ਸਕਦੇ ਆ, and we're citizens of UK, but I know in India it's hard, it's really difficult for everybody, so you've got to be mindful। but ਮੇਰਾ ਮੇਨ I think focus I think ਸਾਰਿਆਂ ਦਾ focus ਇਹੀ ਹੋਣਾ ਚਾਹੀਦਾ ਕਿ peacefully protest ਕਰੋ, and ਬਸ don't make it a political, don't make it a terrorist or that kind of issue। or
we're not thinking about that. ਸਾਡੀ ਵਿਜ਼ਨ ਹੈਗੀ ਆ ਸਾਡੇ ਜਿਹੜੇ ਫਾਰਮਰਸ ਹੈ ਉਹ ਬਿੱਲ ਰਿਵੋਕ ਹੋ ਜਾਣ ਐਂਡ ਫਾਰਮਰਸ ਆਪਣੇ ਘਰ ਜਾਣ ਆਪਣੀ ਜ਼ਿੰਦਗੀ ਜੀਣ ਲਾਈਕ ਮਾਈ ਫੈਮਿਲੀ as well. ਸੋ ਜਿਹੜੇ ਪੋਜ਼ਿਟਿਵਸ ਆ ਉੱਤੇ ਕਨਸੈਂਟਰੇਟ ਕਰੋ, ਡੋਂਟ ਵਰੀ ਅਬਾਊਟ ਜੋ ਵੀ ਬਾਕੀ ਹੋ ਰਿਹਾ. I know it's hard. ਸਾਨੂੰ ਕਹਿਣਾ ਥੋੜਾ ਸੌਖਾ ਬਿਕਾਜ਼ ਵੇ ਇਨਕੰਫਰਟੇਬਲ, ਅਸੀਂ ਕੰਫਰਟ 'ਚ ਬੈਠੇ ਆ ਹਨਾ. ਜਿੰਨਾ ਵੀ ਸਪੋਰਟ ਕਰ ਸਕਦੇ, ਜਿੰਨੀ ਵੀ ਅਵੇਅਰਨੈਸ ਕ੍ਰੀਏਟ ਕਰ ਸਕਦੇ ਉਹ ਕ੍ਰੀਏਟ ਕਰੋ. It's very difficult. It's a very thin line. Okay, so talking about and a very important part of the industry which we lost in the last few days was Sardul Sikandar Sahab, whom you talked about. So ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਡਾ ਗੁਰੂ ਕੌਣ ਸੀ, ਕਿਹਦੇ ਤੋਂ ਟ੍ਰੇਨਿੰਗ ਲਿੱਤੀ ਹੋਈ ਹੈ ਤੁਸੀਂ? ਮੈਂ ਐਕਚੁਅਲੀ ਮੇਰੇ ਗੁਰੂ ਜੀ ਇੱਥੇ ਇੰਗਲੈਂਡ ਦੇ ਸੀਗੇ, ਅਜੀਤ ਸਿੰਘ ਮਤਲਾਸ਼ੀ ਜੀ, ਤੇ ਮੈਂ ਗੁਰਾਇਆ ਮੈਂ ਸਿੱਖਦਾ ਹੁੰਦਾ ਸੀਗਾ ਪ੍ਰੋਫੈਸਰ ਹਰੀਦੇਵ ਜੀ. ਉਹ ਐਕਚੁਅਲੀ ਨੂਰੀ ਜੀ ਦੇ ਉਸਤਾਦ ਨੇ, ਸੋ ਆਪਾਂ ਗੁਰਪਾਏ ਨੇ. ਸੋ ਮੈਨੂੰ ਜਦੋਂ ਆਪਾਂ ਮਿਲੇ ਸੀਗੇ 1.5 ਸਾਲ ਪਹਿਲਾਂ ਉਹਨਾਂ ਦੇ ਘਰ ਹੀ ਮਿਲੇ ਸੀਗੇ ਤੇ ਉਹ ਮੈਨੂੰ ਦੱਸ ਰਹੇ ਸੀਗੇ ਕਿ ਆਪਾਂ ਗੁਰਪਾਈ ਆ. ਨੂਰੀ ਜੀ ਦੱਸਦੇ ਸੀ ਮੈਨੂੰ. ਪਰ ਜੇ ਭਾਜੀ ਦੀ ਗੱਲ ਕਰੀਏ I think ਅੱਜ ਹੀ ਮੈਂ ਆਪ ਨੂੰ ਮੈਸੇਜ ਪਾਇਆ ਬਿਕਾਜ਼ ਮੈਂ I haven't spoken to him ਹਨਾ. ਮੇਰੇ ਤੋਂ ਗੱਲ ਹੀ ਨਹੀਂ ਹੋ ਰਹੀ, ਉਹ ਤੋਂ ਵੀ ਨਹੀਂ ਗੱਲ ਹੋ ਰਹੀ, ਮੇਰੇ ਤੋਂ ਵੀ ਨਹੀਂ ਗੱਲ ਹੋ ਰਹੀ. I think ਸਾਰਿਆਂ ਨੂੰ ਪਤਾ that what Sardul Sikandar Paji was for me. ਜਿਹੜੇ ਵੀ ਮੈਨੂੰ ਫੋਲੋ ਕਰਦੇ ਆ ਸਾਰਿਆਂ ਨੂੰ ਪਤਾ ਹੋਊਗਾ ਕਿ ਮੇਰੇ ਲਈ ਕਿੰਨਾ ਉਹਨਾਂ ਨੇ ਮੈਨੂੰ ਕਿੰਨਾ ਕੁਝ ਸਿਖਾਇਆ ਆਪਣੇ ਗੀਤਾਂ ਰਾਹੀਂ ਹਨਾ. ਐਂਡ not only that, ਇੱਕ ਜਿਹੜੀ ਨਿਮਰਤਾ ਉਹਨਾਂ 'ਚ ਸੀਗੀ ਉਹਨਾਂ ਨੇ ਮੈਨੂੰ ਉਹ ਵੀ ਸਿਖਾਇਆ ਕਿ just be humble ਹਨਾ, be so humble. ਜਦੋਂ ਮੈਂ ਮਿਲਿਆ ਸੀ ਉਹਨਾਂ ਨੂੰ, ਮੈਂ ਪਹਿਲੀ ਵਾਰੀ ਐਕਚੁਅਲੀ ਉਹਨਾਂ ਦੇ ਨਾਲ ਬੈਠਿਆ ਸੀਗਾ, ਉਹਨਾਂ ਦੇ ਘਰ ਹੀ ਬੈਠਿਆ ਸੀਗਾ 2 ਸਾਲ I think 1.5-2 ਸਾਲ ਪਹਿਲਾਂ. ਐਂਡ ਉਹ ਮੇਰੇ ਲਈ ਸਭ ਤੋਂ ਦੇਖੋ ਜੇ ਆਪਾਂ ਗੱਲ ਕਰੀਏ ਮਿਊਜ਼ਿਕ ਦੀ ਗੱਲ ਕਰੀਏ, ਮੈਂ ਸਾਰਿਆਂ ਨੂੰ ਮਿਲਿਆ ਹੋਇਆ ਲਾਈਕ ਬਾਲੀਵੁੱਡ ਦੇ ਸਾਰੇ ਸਿੰਗਰਸ. ਜਦੋਂ ਮੈਂ ਪੜ੍ਹਦਾ ਹੁੰਦਾ ਸੀ ਬੰਬੇ, ਮੈਨੂੰ ਸਾਰੇ everybody, ਆਸ਼ਾ ਜੀ, everybody, you can Sonu Nigam, all the best of the best singers and I love them. ਬਹੁਤ ਸਾਰਾ ਪਿਆਰ ਆ. ਪਰ ਸਰਦੂਲ ਭਾਜੀ ਦੀ ਗੱਲ ਹੋਰ ਸੀਗੀ ਬਿਕਾਜ਼ ਉਹਨਾਂ ਨੂੰ they understood ਕਿ ਫੈਨ ਕੀ ਹੁੰਦਾ ਮਿਊਜ਼ਿਕ ਦਾ ਹਨਾ. ਐਂਡ ਜਦੋਂ ਕਿਸੇ ਨੂੰ ਫੈਨ ਨੂੰ ਮਿਲਣਾ ਕਿਹੜੇ ਤਰੀਕੇ ਨਾਲ ਮਿਲਣਾ, ਜਦੋਂ ਉਹਨਾਂ ਨੂੰ ਮੈਂ ਮਿਲਿਆ ਮੈਂ ਭਾਜੀ ਤੁਹਾਨੂੰ ਪਤਾ ਨਹੀਂ ਮੈਂ ਤੁਹਾਡਾ ਕਿੰਨਾ ਬੜਾ ਫੈਨ ਆ ਤੇ ਤੁਸੀਂ ਮੇਰੇ ਲਈ how much you mean to me as an artist. also ਇੱਕ ਮਿਊਜ਼ਿਕ ਇੱਕ ਸਾਈਡ ਤੇ ਵੀ ਰੱਖ ਦੋ ਹਨਾ, as a human being, ਇੱਕ ਇਨਸਾਨ ਦੇ ਜ਼ਰੀਏ ਦੇਖੀਏ you're the perfect ਬੰਦਾ for me. ਕਹਿੰਦਾ ਭਾਜੀ ਮੈਨੂੰ ਕਹਿੰਦੇ ਕਿ ਮੈਨੂੰ ਪਤਾ ਤੂੰ ਕਿੰਨਾ ਮੈਨੂੰ ਸਪੋਰਟ ਕਰਦਾ ਤੇ ਮੈਨੂੰ ਲਾਈਕ ਕਰਦਾ ਤੇ ਐਕਚੁਅਲੀ ਮੈਂ ਸਮਝਦਾ ਗੱਲ ਮੈਂ ਕਰਕੇ ਮੈਂ ਗੁਲਾਮ ਅਲੀ ਸਾਹਿਬ ਜੀ ਦਾ ਫੈਨ ਆ, ਬਹੁਤ ਬੜਾ ਫੈਨ ਆ. ਜਦੋਂ ਮੈਨੂੰ ਮਿਲਦੇ ਹੁੰਦੇ ਆ ਮੈਨੂੰ ਇੰਨੀ ਐਕਸਾਈਟਮੈਂਟ ਹੁੰਦੀ ਹੈ, ਮੈਂ ਡਿਸਕ੍ਰਾਈਬ ਨਹੀਂ ਕਰ ਸਕਦਾ ਕਿ ਕਿੰਨੀ ਐਕਸਾਈਟਮੈਂਟ ਆ. ਐਸੋ ਹੀ ਜਿਹੜੇ ਉਹ ਲਫ਼ਜ਼ ਉਹਨਾਂ ਨੇ ਵਰਤੇ ਸੀਗੇ ਉਹ they stuck with me ਹਨਾ. ਤੇ ਮੈਨੂੰ ਲੱਗਾ that was the best musical experience of my life. I'll never forget that. ਉਹਨਾਂ ਨੇ ਮੈਨੂੰ 9-10 ਘੰਟੇ ਮੈਨੂੰ ਬਿਠਾ ਕੇ ਉਹਨੂੰ ਸੁਣਾਇਆ, 9 ਘੰਟੇ ਉਹਨਾਂ ਨੇ ਗਾਇਆ, ਉਹਨਾਂ ਨੇ ਮੇਰੇ ਲਈ ਬੈਠ ਕੇ ਮੈਨੂੰ ਸੁਣਾਇਆ ਤੇ ਮੈਨੂੰ ਆਪਣੇ ਜਿਹੜੇ ਕਿੰਨੇ obviously thousands of ਗੀਤ ਉਹਨਾਂ ਦੇ ਆਏ ਹੋਏ, hundreds of ਗੀਤ ਉਹਨਾਂ ਦੇ ਜਿਹੜੇ ਮੈਨੂੰ ਪਸੰਦ ਹੈ ਉਹ ਮੈਨੂੰ ਸੁਣਾਏ ਤੇ ਦੱਸਿਆ ਵੀ ਉਹਨਾਂ ਦੇ ਕਿੱਸੇ ਵੀ ਦੱਸੇ, ਰਿਕਾਰਡ ਕਿੱਥੇ ਹੋਇਆ ਸੀ, ਕਿੱਦਾਂ ਹੋਇਆ ਸੀਗਾ, ਕਿਹੜੇ ਤਰੀਕੇ ਨਾਲ ਇਹ ਗਾਣਾ ਗਾਈਡ ਵੋਕਲ ਦੇ ਨਾਲ ਕੀਤਾ ਸੀਗਾ, ਇਹ ਗਾਣਾ ਇੱਥੇ ਹੋਇਆ ਸੀਗਾ, ਇਹ ਐਕਚੁਅਲੀ ਇਹ ਗਾਣਾ ਮੈਂ ਟੇਪ 'ਚ ਨਹੀਂ ਪਾਉਣਾ ਸੀਗਾ, ਕਿੰਨੀਆਂ ਗੱਲਾਂ ਦੱਸੀਆਂ ਮੈਨੂੰ ਹਨਾ. ਜਿਹੜਾ ਉਹ ਐਕਸਪੀਰੀਅੰਸ ਮੈਨੂੰ ਦੇ ਕੇ ਗਏ, I think I'll never forget. And actually ਮੈਂ ਸਾਰਾ ਰਿਕਾਰਡ ਕੀਤਾ ਸੀ ਫੋਨ ਦੇ ਵਿੱਚ, ਸਾਰਾ ਰਿਕਾਰਡ ਕੀਤਾ ਹੋਇਆ, ਮੈਂ ਸੋਸ਼ਲ ਮੀਡੀਆ ਤੇ ਬਿਲਕੁਲ ਨਹੀਂ ਪਾਇਆ ਬਿਕਾਜ਼ I can't. ਮੇਰਾ ਦਿਲ ਹੀ ਨਹੀਂ ਮੰਨਦਾ, ਮੈਨੂੰ ਫੋਟੋ ਪਾਉਣ ਲਈ ਮੇਰਾ ਦਿਲ ਨਹੀਂ ਕਰਦਾ ਸੀ ਕਰਕੇ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਚਲੇ ਗਏ. ਐਂਡ ਐਕਚੁਅਲੀ ਏਡਾ ਮੈਂ ਮੈਸੇਜ ਮੈਂ ਅਲਾਪ ਨੂੰ ਪਾਇਆ ਰਾਤ ਨੂੰ, ਮੈਂ 12-1 ਵਜੇ ਉੱਠਿਆ ਸੀਗਾ, ਮੈਂ ਉਹਨਾਂ ਨੂੰ ਪਾਇਆ ਕਿ I just miss him. ਐਂਡ ਦੇਖ ਲਾ ਮੈਂ ਉਹਨਾਂ ਨੂੰ ਮੈਂ 2-3 ਵਾਰੀ ਮਿਲਿਆ ਹੋਊਗਾ ਬਸ ਲਾਈਫ ਦੇ ਵਿੱਚ, ਪਰ ਉਹਨਾਂ ਨੇ ਇੰਨਾ ਡੈਂਟ ਮੇਰੀ ਲਾਈਫ ਦੇ ਵਿੱਚ ਪਾਤਾ ਉਹਨਾਂ ਨੇ ਹਨਾ ਵਿਛੋੜਾ ਦੇਖ ਕੇ. ਸੋ ਇਟਸ ਜਸਟ I don't think I can explain enough what he meant to me. He's my favorite artist, my favorite artist of all time. Like ਉਹਨਾਂ ਦਾ ਕਿਹੜਾ ਗਾਣਾ ਹੈਗਾ ਜਿਹੜਾ ਤੁਸੀਂ ਬਹੁਤ ਜ਼ਿਆਦਾ enjoy ਕਰਦੇ ਹੋ, song that you personally love? ਬਹੁਤ ਗਾਣੇ, ਨਜ਼ਰਾਂ ਤੋਂ ਗਿਰ ਗਈ ਹੈ, ਠੋਕਰਾ ਗਾਣਾ ਬਹੁਤ ਵਧੀਆ ਸੀਗਾ, ਪਰ ਐਕਚੁਅਲੀ ਸਭ ਤੋਂ ਮੇਰਾ ਫੇਵਰਿਟ ਗਾਣਾ ਸੀਗਾ ਮਿੱਤਰਾਂ ਨੂੰ ਮਾਰ ਗਿਆ. ਮੈਂ ਸਾਰੀ ਜਗ੍ਹਾ ਗਾਇਆ ਗਾਣਾ ਉਹ ਮੈਂ sing for us. ਮਿੱਤਰਾਂ ਨੂੰ ਮਾਰ ਗਿਆ, ਨਜ਼ਰਾਂ ਤੋਂ ਗਿਰ ਗਈ ਹੈ, ਮੈਂ ਇੰਟਰਵਿਊ 'ਚ ਇੰਨਾ ਗਾਇਆ ਗਾਣਾ, ਇੰਨਾ ਗਾਇਆ ਗਾਣਾ. So sing it for us.
Yeah, I can't. I don't feel like singing it, to be honest. Oh, it's okay. But I'm that's not. Yeah, no, it's not. I don't. that's okay. But but ਉਹ ਮੇਰਾ ਫੇਵਰਿਟ ਗਾਣਾ ਸੀਗਾ। but actually ਜਿਹੜਾ ਫਰਸਟ ਗਾਣਾ ਮੈਂ ਲਾਈਫ ਦੇ ਵਿੱਚ ਗਾਇਆ ਸੀਗਾ ਸਟੇਜ ਤੇ, ਉਹਨਾਂ ਦਾ ਗਾਣਾ ਸੀਗਾ, ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਦੂਜਾ ਸੁਰਮਾ ਖਾਂ ਦੇ ਵਿੱਚ ਪਾ ਲਿਆ। So like and I was 16 ਜਦੋਂ ਗਾਣਾ ਆਇਆ ਸੀ, ਮੈਂ 16 ਸਾਲਾਂ ਦਾ ਸੀਗਾ, and I remember that song, how amazing it was. It's just ਬਹੁਤ I just feel bad for, I think, for Alap and Noori ji and you know Sarang as well. I think ਉਹਨਾਂ ਦੀ ਇੱਕ ਉਹ ਜਿਹੜੀ ਮਹਿਫਿਲ ਹੈ, ਉਹ ਮਹਿਫਿਲ ਸੇਮ ਨਹੀਂ ਰਹਿਣੀ ਹੁਣ ਉਹਨਾਂ ਦੇ ਘਰ ਦੇ ਵਿੱਚ, ਐਂਡ ਉਸ ਗੱਲ ਦਾ ਮੈਨੂੰ ਬਹੁਤ ਦੁੱਖ ਆ। Yeah. And how about your association with with his kids? Do you guys ever? Yeah, Alap ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ, like even ਜਦੋਂ ਫੈਬਰਵਰੀ 'ਚ ਪੂਰੇ ਹੋਏ 10 ਦਿਨ ਪਹਿਲਾਂ ਮੇਰੀ ਗੱਲ ਹੋਈ ਸੀਗੀ WhatsApp ਤੇ। ਵੈਸੇ ਕਹਿ ਰਹੇ ਸੀ ਕਿ ਹੁਣ ਥੋੜੇ ਜਿਹੇ ਫਰਕ ਉਹਨਾਂ ਨੂੰ ਪਿਆ, ਉਹਨਾਂ ਨੂੰ ਤੇ ਦੱਸਿਆ ਵੀ ਉਹਨਾਂ ਦੇ ਕੋਵਿਡ ਹੋ ਗਿਆ ਸੀਗਾ, ਪਰ ਰਿਕਵਰੀ ਪੂਰੀ ਹੋ ਗਈ ਸੀ ਕਹਿੰਦੇ ਮੈਨੂੰ ਆਲਾਪ। ਪਰ ਉਸ ਤੋਂ ਬਾਅਦ 3 ਦਿਨਾਂ ਬਾਅਦ ਮੈਂ ਸੋਚਿਆ, ਇੱਕ ਹਫ਼ਤਾ ਪਹਿਲਾਂ ਮੈਂ ਉਹਨਾਂ ਨੂੰ ਮੈਸੇਜ ਕੀਤਾ ਸੀ, ਉਹਨਾਂ ਨੂੰ ਰਿਪਲਾਈ ਆ ਗਿਆ ਸੀ ਕਿ 3 ਦਿਨ ਪਹਿਲਾਂ ਉਹਨਾਂ ਦੀ ਡੈਥ ਹੋਣ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਮੈਸੇਜ ਪਾਇਆ। ਮੈਂ ਉਹਨਾਂ ਨੂੰ ਮੈਸੇਜ ਪਾਇਆ ਕਿ ਹਾਊਸ ਭਾਜੀ ਡੂਇੰਗ, ਠੀਕ ਠਾਕ ਹੈ ਭਾਜੀ? ਉਹਨਾਂ ਦਾ ਰਿਪਲਾਈ ਨਹੀਂ ਆਇਆ ਮੈਨੂੰ। ਥੋੜਾ ਜਿਹਾ ਘਬਰਾ ਗਿਆ ਮੈਂ, ਥਿੰਕਿੰਗ ਹੋਪ ਇਜ਼ ਓਕੇ, ਹੈ ਨਾ, ਹੋਪ ਇਜ਼ ਓਕੇ। then obviously ਫਿਰ ਬੈਡ ਨਿਊਜ਼ ਆਇਆ ਤੇ ਪਤਾ ਲੱਗਾ ਭਾਜੀ ਦਾ। Huge loss to our industry. Huge loss. We've also lost another singer today. Yeah, ਮੈਨੂੰ ਪਤਾ ਲੱਗਾ। Have you ever got a chance to meet Diljan? ਦਿਲਜਾਨ ਨਹੀਂ ਮਿਲਿਆ ਜੀ ਮੈਨੂੰ। ਉਹਨਾਂ ਦੀ ਗਾਇਕੀ ਮੈਂ ਜ਼ਰੂਰ ਸੁਣੀ ਤੇ ਬਹੁਤ ਸੁਰੀਲੇ ਤੇ ਬਹੁਤ ਵਧੀਆ ਗਾਉਂਦੇ ਸੀਗੇ, ਪਰ ਮੈਂ ਉਹਨਾਂ ਦੇ ਮੈਨੂੰ ਅੱਜ ਸਵੇਰੇ ਪਤਾ ਲੱਗਾ ਸੀਗਾ। I think he had a car crash, right? ਹਾਂਜੀ, ਬਹੁਤ sad. My condolences to the family as well. Sad news. So I mean, on that, okay, fine. So now coming back to your life, you know, there's a lot of things that happen in one's life. So what was the lowest point in your life that you've seen? Loads of low points. Low points ਕਿੰਨੇ ਹੁੰਦੇ ਲਾਈਫ ਦੇ ਵਿੱਚ, ਹੈ ਨਾ? The baddest one. ਤੁਹਾਨੂੰ ਲੱਗਦਾ ਹੈ ਇਹ ਤੋਂ ਗੰਦਾ ਕੁਝ ਨਹੀਂ ਹੋ ਸਕਦਾ ਮੇਰੇ ਨਾਲ? I think ਜਦੋਂ ਮੇਰਾ ਇੱਕ ਦੋਸਤ ਸੀਗਾ, ਮੈਂ ਉਹਦਾ ਨਾਂ ਨਹੀਂ ਲਊਂਗਾ, ਤੇ ਉਹਨੇ ਮੈਂ ਕੰਮ ਵੀ ਕਰ ਰਿਹਾ ਸੀਗਾ, ਮਿਊਜ਼ਿਕ ਦਾ ਕੰਮ ਵੀ ਕਰ ਰਿਹਾ ਸੀਗਾ, ਐਂਡ ਉਹ ਥੋੜਾ ਧੋਖਾ ਦੇ ਗਿਆ ਸੀਗਾ ਮੈਨੂੰ, ਹੈ ਨਾ। ਐਂਡ ਆਈ ਥਿੰਕ ਉਸ ਗੱਲ ਦਾ ਮੈਨੂੰ ਬਹੁਤ ਦੁੱਖ ਲੱਗਾ, ਬਿਕਾਜ਼ ਮੈਂ ਥੋੜਾ ਧੋਖਾ ਸੀਗਾ ਇਹ। What kind of ਧੋਖਾ was? ਪੈਸੇ ਦੀ ਗੱਲ ਨਹੀਂ ਕਹਿ ਸਕਦੇ, ਇੱਕ ਉਹਨਾਂ ਨੇ ਮੇਰੀ ਜਿਹੜੀ ਇੰਟੈਗ੍ਰਿਟੀ ਆ ਜਾਂ ਮੇਰਾ ਜਿਹੜਾ ਪਿਆਰ ਆ, ਉਹਨਾਂ ਨੇ ਕੁਐਸਚਨ ਕੀਤਾ, ਹੈ ਨਾ। ਚਲੋ 5-10 ਲੱਖ ਤਾਂ ਉਹਨਾਂ ਨੇ ਲੈ ਲਿਆ ਸੀਗਾ, ਉਹ ਤਾਂ ਕੋਈ ਚੱਕਰ ਨਹੀਂ, ਪੈਸੇ ਦੀ ਗੱਲ ਨਹੀਂ ਹੁੰਦੀ ਹੈ ਨਾ। ਇਟਸ ਨੈਵਰ ਅਬਾਊਟ ਮਨੀ ਵਿਦ ਮੀ, ਹੈ ਨਾ। ਆਈ ਥਿੰਕ ਮੇਰੀ ਜਿਹੜੀ ਇੰਟੈਗ੍ਰਿਟੀ ਆ ਤੇ ਜਿਹੜਾ ਮੇਰਾ ਜ਼ਮੀਰ ਹੈ, ਉਹ ਟੈਸਟ ਕਰਨੀ, ਉਹ ਮੇਰੇ ਲਈ ਬਹੁਤ ਵੱਡੀ ਗੱਲ ਆ। ਬਿਕਾਜ਼ ਮੇਰਾ ਥੋੜਾ ਨਾ ਆਈ ਡੈਡ ਕਰਕੇ ਆ, ਥੋੜਾ ਮੇਰਾ ਸੁਭਾਅ ਮੇਰਾ ਨਾ ਥੋੜੇ ਪੁਰਾਣੇ ਖਿਆਲਾਂ ਦਾ। ਆਈ ਥਿੰਕ ਜਿਹੜੀ ਮੇਰੀ ਦੋਸਤੀ ਆ, ਇਟਸ if I'm your brother, ਜੇ ਮੈਂ ਤੁਹਾਡਾ ਦੋਸਤ ਹੈ ਜਾਂ ਤੁਹਾਡਾ ਭਰਾ ਆ, I'm there for you, ਹੈ ਨਾ। ਜੋ ਮਰਜ਼ੀ ਹੋ ਜਾਵੇ, I'm there for you. ਐਂਡ ਜੇ ਤੁਸੀਂ ਮੇਰਾ ਧੋਖਾ ਕਰਦੇ ਆ, I won't speak to you ever again. ਮੇਰਾ ਸੁਭਾਅ ਦਾ ਹੀ ਆ। ਐਂਡ I think with him, I forgive ਵੀ ਕਰ ਲਿਆ ਉਹਨਾਂ ਨੂੰ, ਪਰ still ਦੁੱਖ ਲੱਗਾ ਉਸ ਗੱਲ ਦਾ ਮੈਨੂੰ। ਬੌਂਡਿੰਗ ਨਹੀਂ ਬਣ ਸਕੀ ਦੁਬਾਰਾ, ਹੈ ਨਾ। ਨਹੀਂ, ਉਹ ਗੱਲ ਨਹੀਂ ਬਣੀ ਮੁੜ ਕੇ, ਹੈ। ਪਰ ਕਿਸੇ ਨੂੰ ਮਾਫ ਕਰਨਾ ਬਹੁਤ ਵੱਡੀ ਗੱਲ ਆ। ਸੋ I've done that, ਨਾ। ਮਾਫ ਉਹਨੂੰ ਵੀ ਮੈਂ ਕਰ ਰਿਹਾ, ਐਂਡ ਉਹਨੂੰ ਮੈਂ ਗੱਲ ਵੀ ਮੇਰੀ ਹੋਈ ਹੈ ਨਾ, ਤੇ ਪਰ obviously ਮਿਊਜ਼ਿਕ ਨਹੀਂ ਬਣੂਗਾ ਦੁਬਾਰਾ, I think, ਨਾ। So music ਦੀ ਜੇ ਗੱਲ ਕਰੀਏ, you've got a lot of awards in your kitty already. So what is your take on the award shows ਜਿਹੜੇ ਹੁੰਦੇ ਆ ਪੰਜਾਬੀ ਇੰਡਸਟਰੀ ਦੇ ਸਪੈਸ਼ਲੀ? ਵਧੀਆ, I think it's good because ਇੱਕ ਕੀ ਕਹਿ ਸਕਦੇ, ਇੱਕ ਕੌਨਫੀਡੈਂਸ ਜਿਹਾ ਮਿਲ ਜਾਂਦਾ ਕਿ ਆਪਣਾ ਕੰਮ ਵਧੀਆ ਤਰੀਕੇ ਨਾਲ ਹੋ ਰਿਹਾ, ਕਿ ਲੋਕ ਪਸੰਦ ਕਰ ਰਹੇ ਆ, ਤੇ ਇੱਕ ਅਪਰੀਸ਼ੀਏਸ਼ਨ ਵੀ ਹੋ ਜਾਂਦਾ। I think it's brilliant. I think our industry needs this, ਹੈ ਨਾ। I think ਸਾਨੂੰ ਉਸ ਕਹਿ ਸਕਦੇ ਆ, ਜਿੰਨੀ ਕ੍ਰੈਡਿਟ ਬਾਲੀਵੁੱਡ ਸਟਾਰਸ ਨੂੰ ਮਿਲਦੀ ਹੈ, ਉਹ ਪੰਜਾਬੀ ਸਟਾਰਸ ਨੂੰ ਨਹੀਂ ਮਿਲਦੀ। ਐਂਡ ਐਕਚੁਅਲੀ ਪੰਜਾਬੀ ਸਟਾਰਸ ਜ਼ਿਆਦਾ ਮਿਹਨਤ ਕਰਦੇ ਆ। ਮੈਂ ਮਿਹਨਤ ਦੀ ਮੈਂ ਗੱਲ ਕਰਨੀ ਆ, ਮੈਂ ਕਰ ਰਿਹਾ ਕੱਲੀ, ਮੈਂ ਸੰਗੀਤ ਦੀ ਗੱਲ ਨਹੀਂ ਕਰ ਰਿਹਾ, ਮੈਂ ਕਰ ਰਿਹਾ ਸੌਂਗ ਸਿਲੈਕਸ਼ਨ ਦੀ, ਕੰਪੋਜੀਸ਼ਨ ਦੀ,
ਮਿਊਜ਼ਿਕ ਬਣਾਉਣਾ, ਵੀਡੀਓਜ਼ ਬਣਾਉਣੇ, Right. ਸਾਰਾ ਕੁਝ ਆਪ ਕਰਦੇ ਆ, everything. Right. So Right. ਮੈਨੂੰ ਲੱਗਦਾ they more creative, we are more creative, because ਇੱਕ ਮੇਰੇ ਲਈ ਕੰਪਲੀਟ ਆਰਟਿਸਟ ਉਹ ਆ ਜਿਹੜਾ ਲਿਖ ਵੀ ਸਕਦਾ, ਚਲੋ ਜੇ ਪੂਰੇ ਨਹੀਂ ਲਿਖ ਸਕਦੇ ਠੀਕ ਆ, ਪਰ ਥੋੜਾ ਬੜਾ ਲਿਖ ਵੀ ਸਕਦਾ, ਮਿਊਜ਼ਿਕ ਵੀ ਆਪ ਕਰ ਸਕਦਾ, ਤੇ ਕੰਪੋਜੀਸ਼ਨ ਵੀ ਆਪ ਬਣਾ ਸਕਦਾ, ਐਂਡ ਆਲਸੋ ਵੀਡੀਓਜ਼ ਵੀ ਥੋੜਾ ਬੜਾ ਉਹਨੂੰ ਨੌਲੇਜ ਆ, ਤੇ ਐਡੀਟਿੰਗ ਵੀ ਉਹਨੂੰ ਕਰਨੀ ਆਉਂਦੀ ਆ। ਮੇਰੇ ਲਈ ਉਹ ਪ੍ਰੋਪਰ ਆਰਟਿਸਟ ਆ। ਕਰਕੇ ਜੇ ਆਪਾਂ ਮੇਨਸਟ੍ਰੀਮ ਦੀ ਹਾਲੀਵੁੱਡ ਦੀ ਗੱਲ ਕਰੀਏ, ਇਹ ਜਿੰਨੇ ਵੀ ਬਾਕਸ ਤੁਹਾਨੂੰ ਮੈਂ ਮੈਂਸ਼ਨ ਕੀਤੇ ਸਾਰੇ ਟਿਕ ਕਰਦੇ ਆ, they do everything. Right. So Right. that me is a complete artist, and Bollywood artist ਉਹ ਨਹੀਂ ਕਰਦੇ, and I wish they did, because ਇੰਨੇ talented ਆ Bollywood artist, music vocally ਬਹੁਤ ਵਧੀਆ, but Punjabi artists I think we deserve even more credit, ਕਰਕੇ ਅਸੀਂ ਆਪਣੀ ਛੋਟਾ ਜਿਹਾ ਪੰਜਾਬ ਜਿਹੜਾ ਇੰਡੀਆ ਦੇ ਵਿੱਚ ਆਉਂਦਾ, ਕਿੰਨੇ ਥਾਵਾਂ ਤੇ ਆਪਾਂ ਆਪਣਾ ਸੰਗੀਤ ਅਸੀਂ ਪਹੁੰਚਾਇਆ, ਸੋਚੋ। ਐਵਰੀ ਕੋਨੇ ਦੇ ਵਿੱਚ, ਦੁਨੀਆ ਦੇ ਵਿੱਚ ਸਾਡੇ ਗਾਣੇ ਵੱਜਦੇ ਆ, ਭਾਵੇਂ ਆਸਟ੍ਰੇਲੀਆ ਹੋ ਗਿਆ, ਅਮਰੀਕਾ ਹੋ ਗਿਆ, ਸਪੇਨ ਹੋ ਗਿਆ, ਮੌਰੀਸ਼ੀਅਸ ਹੋ ਗਿਆ, ਐਵਰੀਵੇਅਰ ਆਪਣੇ ਪੰਜਾਬੀ ਗਾਣੇ, ਜਦੋਂ ਜੇ ਬਾਕੀ ਨਹੀਂ ਵੱਜਦੇ, ਮੁੰਡਿਆਂ ਤੋਂ ਬਚ ਕੇ ਨਹੀਂ ਵੱਜਦਾ ਹੈਨਾ। So that's the power of a small industry. ਬਸ ਹੁਣ small ਨਹੀਂ, ਹੁਣ ਤਾਂ ਵੱਡੀ ਹੋ ਗਈ, ਵੱਡੇ ਪਲੇਟਫਾਰਮ ਤੇ ਆ ਗਿਆ। So I think we should have more award shows. Bollywood should be awarding us awards. True that. ਜਿੰਨੇ ਵੀ awards ਹੁੰਦੇ, they should be a Punjabi category, the best Punjabi artist, best Punjabi international single, ਹੈਨਾ। These should be things, but credit ਨਹੀਂ ਮਿਲਦੀ। ਸਾਡੀ ਹੈਗੀ ਆਪਾਂ ਵਧੀਆ, ਉਹਨਾਂ ਤੋਂ ਬਿਨਾਂ ਆਪੇ ਵਧੀਆ ਚੱਲੀ ਜਾਂਦੇ ਆ। True that, they need us now. Alright, so tell me about your future projects, Jazz. Future projects ਬਹੁਤ ਸਾਰੇ ਗਾਣੇ ਕੀਤੇ ਨੇ, collaboration, this year is about collaborations. ਇੱਕ ਪ੍ਰੋਫੈਸੀ ਨਾਲ ਬਹੁਤ ਘੈਂਟ ਗਾਣਾ ਆ ਰਿਹਾ ਸਾਡਾ, ਉਹ ਵੀ ਬਣ ਗਿਆ। ਪ੍ਰੋਫੈਸੀ ਨਾਲ ਵੀ ਕੀਤਾ, ਕਰਨ ਦੇ ਨਾਲ ਵੀ ਕੀਤਾ, ਵਧੀਆ ਗਾਣਾ ਰਿਕਾਰਡ ਕੀਤਾ ਸੀਗਾ, ਐਕਚੁਅਲੀ ਲਾਸਟ ਈਅਰ ਕੀਤਾ ਸੀ ਰਿਕਾਰਡ ਆਪਾਂ ਕਰਨ ਔਜਲੇ ਦਾ, ਉਹ ਵੀ ਆ ਰਿਹਾ। ਐਂਡ ਉਸ ਤੋਂ ਇਲਾਵਾ loads of songs, ਕਿਡ ਨਾਲ ਵੀ ਗਾਣਾ ਕੀਤਾ ਮੈਂ ਬਹੁਤ ਵਧੀਆ, ਬਹੁਤ ਸਾਰੇ ਗਾਣੇ ਕੀਤੇ ਆ, ਬਹੁਤ ਸਾਰੇ ਗਾਣੇ, ਖਾਲੀ ਵੀਡੀਓਜ਼ ਕਰਨ ਵਾਲੇ ਗਾਣਿਆਂ ਦੇ। Alright, so when are you hoping the lockdown will finish? Lockdown I think ਇੱਧਰ 2-3 weeks ਤੱਕ ਥੋੜਾ ਚੱਕ ਹੋ ਜਾਣਾ ਕੰਮ ਇੱਥੇ, and then things will start opening up, but yeah, hopefully do videos. So any Punjabi movies that you're coming up in, any offers? No, I don't want to do. ਮੈਨੂੰ ਪਹਿਲਾਂ ਮੈਨੂੰ ਬਹੁਤ ਆਇਆ ਮੈਨੂੰ, ਹੈਨਾ, and I didn't want to do them, ਮੇਰਾ ਮਨ ਨਹੀਂ ਸੀਗਾ। It's just music, ਮੇਰਾ ਮੇਨ ਫੋਕਸ ਮਿਊਜ਼ਿਕ ਹੀ ਰਿਹਾ ਮੇਰਾ, ਹੈਨਾ, from the beginning. ਪਰ ਜੇ ਕੋਈ NRI ਦਾ ਰੋਲ ਵਧੀਆ ਆ ਗਿਆ, ਕੋਈ ਵਧੀਆ ਤਰੀਕੇ ਨਾਲ ਆ ਗਿਆ, ਤੇ ਗਾਣੇ ਗੁਣੇ ਇੱਕ ਦੋ ਗਾਉਣ ਦਾ ਮੌਕਾ ਮਿਲ ਗਿਆ, ਚੱਕ ਦੇਵਾਂਗੇ, ਕੋਈ ਚੱਕਰ ਨਹੀਂ। ਪਰਫੈਕਟ, ਠੀਕ ਹੈ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਛੇਤੀ ਤੁਹਾਡੀ ਡਿਜ਼ਰਵਿੰਗ ਤੇ ਤੁਹਾਡੇ ਦਿਲ ਦੀ ਖਾਸ ਜਿਹੜੀ ਓਪੋਰਚੁਨਿਟੀ ਤੁਸੀਂ ਚਾਹੁੰਦੇ ਹੋ ਮਿਲੇ। And on that note, thank you very much, Jess, for talking to us. Thank you. Mihrabani. It was a pleasure having you on Can Punjab. Thank you. Bye-bye. Bye-bye.